वालिए कुल आलम चबर छतर तथा वक्त दे मालक धन धन श्री गुरु ग्रंथ साहिब जी महाराज तिन्हां दी पावन पवित्र मुकद्दस हजूरी दे विच सुभाईमान गुरु प्यारे खालसा साध संगत जीओ वडभागे हाँ अपने ਸਵਾਸਾਂ रूपी पूंजी ਨੂੰ गुरु कीਆਂ ਵਡਿਆਈਆਂ ਦੇ ਨਾਲ ਜੋੜ ਕੇ ਸਫਲਾ ਪੈ ਕਰ ਰਹੇ ਹਾਂ। ਆਓ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਜ਼ਿੰਦਗੀ ਜਿਉਣ ਦਾ ਚੱਜ ਆਚਰਣ ਆਪਾਂ ਸਿੱਖਣ ਦਾ ਯਤਨ ਕਰ ਰਹੇ ਹਾਂ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ, ਅਸੀਸ ਬਖਸ਼ਿਓ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਜੈਤਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 697-98 ਉੱਪਰ ਸੁਭਾਈਮਾਨ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਕਹਿੰਦੇ ਹੇ ਮੇਰੇ ਮਨ ਉਸ ਰਾਮ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ। ਰਾਮ ਦਾ ਨਾਮ ਜਪਣਾ, ਉਸ ਨੂੰ ਧਿਆਨ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਨਾਮ ਕਿਸੇ ਬੰਦੇ ਦਾ ਵੀ ਰਾਮ ਹੋ ਸਕਦਾ, ਕਿਸੇ ਸੰਗੀ ਸਾਥੀ ਦਾ ਨਾਮ ਵੀ ਰਾਮ ਹੋ ਸਕਦਾ, ਤੇ ਦੂਜੇ ਪਾਸੇ ਦਸ਼ਰਥ ਦੇ ਪੁੱਤਰ ਦਾ ਨਾਮ ਵੀ ਰਾਮ ਹੈ। ਤੇ ਇੱਕ ਰਾਮ ਹੈ ਜਿਸ ਨੂੰ ਰਮਿਆ ਹੋਇਆ ਕਿਹਾ ਜਾਂਦਾ ਹੈ। ਹੁਣ ਜਪਣਾ ਕਿਹੜਾ ਹੈ? ਉਸ ਜਪਣ ਦੇ ਪਿੱਛੇ ਜਿਹੜਾ ਸਾਡਾ ਭਾਵ ਹੈ, ਖਿਆਲ ਹੈ, ਮਨ ਹੈ, ਉਹ ਕਿਸ ਦੀ ਪਕੜ ਵਿੱਚ ਰਹਿੰਦਾ ਹੈ। ਸਤਿਗੁਰੂ ਬਾਣੀ ਦੇ ਵਿੱਚ ਹੀ ਸਮਝਾਉਂਦੇ ਨੇ, ਕਹਿੰਦੇ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰਾਮ 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 ਰਬ ਰਹਿਆ ਸਰਬੱਗੇ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰੇ ਕਿਤੇ ਰਮਿਆ ਹੋਇਆ, ਉਹਨੂੰ ਰਾਮ ਕਿਹਾ ਗਿਆ। ਰਮੇ ਹੋਏ ਨੂੰ ਰਾਮ, ਕਿਉਂਕਿ ਨਾਮ ਵੱਖਰੇ ਵੱਖਰੇ ਨੇ। ਉਹਦੀ ਕਿਰਤ ਨੂੰ ਵੇਖਦਿਆਂ ਹੋਇਆ ਖੁਦਾ 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 ਦਾ ਅਰਥ ਹੈ ਖੁਦ ਆਪੇ ਦਾ ਮਾਲਕ। ਜਿਹੜਾ ਖੁਦ ਆਪੇ ਦਾ ਮਾਲਕ ਹੈ ਉਸ ਨੂੰ ਖੁਦਾ ਕਿਹਾ ਗਿਆ। ਉਹ ਰਹੀਮ ਹੈ, ਰਹਿਮਤਾਂ ਕਰਨ ਵਾਲਾ ਹੈ, ਉਸ ਨੂੰ ਰਹੀਮ ਕਹਿ ਦਿੱਤਾ। ਉਹ ਕਰੀਮ ਹੈ, ਕਰਮ ਬਖਸ਼ੰਦ ਹੈ। ਉਹ ਹਰ ਹੈ। ਸਾਡੇ ਅੰਦਰੋਂ ਹਰ ਦਾ ਅਰਥ ਹੈ ਨਾ, ਜਿਹੜਾ ਅੱਖਰੀ ਅਰਥ ਉਹਦਾ ਨਾਮ ਹੈ, ਉਹਦਾ ਅਰਥ ਹੈ ਚੋਰ। ਹਰ ਦਾ ਅਰਥ ਹੈ ਚੋਰ। ਹੁਣ ਚੋਰ ਕੀ ਕਰਦਾ? ਚੋਰ ਦਾ ਇੱਕ ਇਹ ਕਹਿ ਲਓ ਵੀ ਚੋਰੀ ਕਰਨ ਦਾ ਜਿਹੜਾ ਢੰਗ ਹੈ ਨਾ, ਵੀ ਉਹ ਦੂਜੇ ਦੀਆਂ ਚੀਜ਼ਾਂ ਨੂੰ ਚੁਰਾ ਲੈਂਦਾ, ਸਾਰਾ ਕੁਝ ਇਕੱਠਾ ਕਰਕੇ ਲੈ ਜਾਂਦਾ। ਬੰਦੇ ਨੂੰ ਪਤਾ ਵੀ ਨਹੀਂ ਲੱਗਦਾ, ਸਵੇਰ ਹੁੰਦੇ ਪਤਾ ਲੱਗਦਾ ਵੀ ਲੁੱਟੇ ਗਏ। ਪਰ ਜਿਹੜਾ ਇੱਥੇ ਪਰਮਾਤਮਾ ਦਾ ਲਖਾਇਕ ਹਰ ਆਇਆ ਨਾ, ਇਹਦਾ ਅਰਥ ਹੈ ਚੋਰ। ਚੋਰ ਕਿਹੜਾ? ਇਹ ਵੀ ਸ਼ੁੱਧ ਭਾਵਨਾ।
ਐਸਾ ਚੋਰ ਵੀ ਕਿਸੇ ਨੇ ਨਹੀਂ ਵੇਖਿਆ ਕਦੇ। ਉਹ ਐਸਾ ਚੋਰ ਹੈ ਵੀ ਮਨੁੱਖ ਦੇ ਸਰੀਰ ਦੇ ਵਿੱਚ ਜਦੋਂ ਉਹ ਆਉਂਦਾ ਏ, ਇਹਦੇ ਵਿੱਚੋਂ ਔਗਣਾਂ ਨੂੰ ਚੁਰਾ ਲੈਂਦਾ ਏ, ਚੋਰੀ ਕਰ ਲੈਂਦਾ ਏ, ਪਰ ਨਾਲ ਨਾਲ ਇਹਨੂੰ ਔਗਣਾਂ ਤੋਂ ਛੁਟਕਾਰਾ ਪਾ ਕੇ ਗੁਣ ਬਖਸ਼ ਦਿੰਦਾ ਏ। ਇਹ ਤਾਂ ਸੱਚਾ ਚੋਰ ਹੈ। ਇਹ ਸੱਚੀ ਚੋਰੀ ਹੈ ਵੀ ਔਗਣਾਂ ਨੂੰ ਚੁਰਾ ਕੇ, ਸਾਡੀਆਂ ਬੁਰਾਈਆਂ ਨੂੰ ਚੁਰਾ ਕੇ ਸਾਡੇ ਅੰਦਰ ਗੁਣਾਂ ਦਾ ਵਾਸਾ ਕਰ ਦਿੰਦਾ ਹੈ, ਗੁਣ ਭਰ ਦਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕੀ ਕਹਿੰਦੇ, ਜਿਹੜਾ ਗੁਰਮੁਖ ਹੈ ਗੁਣ ਗਾਵਤ ਹੱਸਿਆ, ਗੁਣਾਂ ਨੂੰ ਗਾਉਂਦਾ ਹੋਇਆ ਉਹ ਹੱਸਦਾ ਹੈ, ਜਿਹੜਾ ਗੁਰੂ ਵੱਲ ਹੋ ਗਿਆ। ਇਵੇਂ ਰਾਮ ਹੈ, ਕਹਿੰਦੇ ਉਸ ਰਾਮ ਪਰਮਾਤਮਾ ਨੂੰ ਜਪ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ। ਉਸ ਰਾਮ ਰਮੇ ਹੋਏ ਪਰਮਾਤਮਾ ਤੋਂ ਬਿਨਾਂ ਕੁਝ ਵੀ ਖਾਲੀ ਨਹੀਂ। ਭਗਤ ਕਬੀਰ ਪਾਤਸ਼ਾਹ ਜੀ ਕਹਿੰਦੇ ਤੈਨੂੰ ਜਪਣਾ ਪਵੇਗਾ। ਜਪਣਾ ਤਾਂ ਪਵੇਗਾ ਕਿਉਂਕਿ ਤੇਰੇ ਜਪਣ ਨਾਲ ਕੋਈ ਦੂਜੇ ਦਾ ਨਹੀਂ, ਤੇਰਾ ਖੁਦ ਦਾ ਉਧਾਰ ਹੈ। ਹੁਣ ਇੱਕ ਪੰਡਤ ਦੇ, ਜਿਹੜਾ ਮੰਦਰ ਦਾ ਪੰਡਤ ਹੈ, ਪੁਜਾਰੀ ਹੈ, ਧਾਰਮਿਕ ਆਗੂ ਹੈ, ਭਗਤ ਕਬੀਰ ਜੀ ਉਹਨੂੰ ਸਮਝਾ ਰਹੇ ਨੇ ਸਾਹਮਣੇ ਬਹਿ ਕੇ। ਸਤਿਗੁਰੂ ਕਹਿੰਦੇ ਪੰਡੀਆ ਕਵਣ ਕਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਕਹਿੰਦੇ ਹੇ ਪੰਡੀਆ, ਹੇ ਪੰਡਤ, ਹੇ ਧਾਰਮਿਕ ਆਗੂ, ਹੇ ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ ਇਨਸਾਨ, ਤੈਨੂੰ ਮੈਂ ਕੁਝ ਦੱਸਣਾ ਚਾਹੁੰਦਾ। ਤੂੰ ਕਿਹੜੀ ਭੈੜੀ ਮੱਤ ਦੇ ਵਿੱਚ ਲੱਗ ਗਿਆ। ਪੰਡੀਆ ਕਵਣ ਕਮਤ ਤੁਮ ਲਾਗੇ, ਕਵਣ ਦਾ ਅਰਥ ਹੈ ਕਿਹੜੀ, ਕੁਮਤ ਦਾ ਅਰਥ ਹੈ ਭੈੜੀ ਮੱਤ, ਤੁਮ ਲਾਗੇ ਤੂੰ ਲੱਗਿਆ ਹੋਇਆ ਹੈ। ਕਹਿੰਦੇ ਬੂਡੋਗੇ ਪਰਿਵਾਰ ਸਕਲ ਸਿਉ, ਭਗਤ ਕਬੀਰ ਜੀ ਕਹਿੰਦੇ ਤੂੰ ਡੁੱਬ ਜਾਵੇਂਗਾ, ਤੂੰ ਡੁੱਬੇਗਾ, ਨਾਲ ਆਪਣੇ ਪਰਿਵਾਰ ਨੂੰ ਲੈ ਕੇ ਡੁੱਬੇਗਾ, ਇਕੱਲਾ ਨਹੀਂ ਡੁੱਬਦਾ। ਕਿਉਂਕਿ ਪਰਿਵਾਰ ਹੈ ਨਾ, ਸਰੀਰ ਦੇ ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ ਨੇ, ਉਹ ਸਾਡਾ ਪਰਿਵਾਰ ਹੈ ਨਾ ਸਰੀਰ ਦਾ, ਤੇ ਦੂਜਾ ਪਰਿਵਾਰ ਸਾਡੇ ਧੀਆਂ ਪੁੱਤਰ ਨੇ। ਕਹਿੰਦੇ ਪਹਿਲਾਂ ਤਾਂ ਤੂੰ ਆਪਣੇ ਇਸ ਸਰੀਰ ਦੇ ਜਿਹੜੇ ਪਰਿਵਾਰ ਹੈ ਤੇਰਾ, ਇਸ ਦੇ ਸਮੇਤ ਤੂੰ ਡੁੱਬ ਜਾਵੇਂਗਾ। ਬੂਡੋਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ, ਰਾਮ ਜਪਦੇ ਹੀ ਨਹੀਂ। ਹੁਣ ਸਤਿਗੁਰੂ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹੁਣ ਕਰਦੇ ਤਾਂ ਸਾਰੇ ਹੈ, ਰਾਮ ਰਾਮ ਕਰਦੇ ਫਿਰਦੇ, ਜਪ ਵੀ ਰਹੇ ਨੇ, ਪਰ ਪਰਮਾਤਮਾ ਪਾਇਆ ਨਹੀਂ ਜਾ ਰਿਹਾ। ਕਿਉਂਕਿ ਗੱਲ ਕੀ ਹੈ ਵੀ ਰਾਮ ਕਹਿਣ ਦੇ ਵਿੱਚ ਜਿਹੜਾ ਬਹੁਤ ਵੱਡਾ ਭੇਦ ਹੈ, ਭੁਲੇਖਾ ਹੈ ਵੀ ਰਾਮ ਅਸੀਂ ਜਪਣਾ ਕਿਹੜਾ ਹੈ। ਜਦੋਂ ਇਹ ਪਤਾ ਲੱਗ ਗਿਆ ਫਿਰ ਤੇ ਪਤਾ ਲੱਗ ਜਾਵੇ ਨਾ, ਜਿਹੜਾ ਸਾਰਾ ਸੰਸਾਰ ਹੈ, ਜਗਤ ਹੈ, ਇਹ ਤਾਂ ਹੈ ਹੀ ਭਿਖਾਰੀ, ਤੇ ਉਹ ਸਭ ਨੂੰ ਦੇਣ ਵਾਲਾ ਕੌਣ ਹੈ? ਰਾਮ, ਜਿਹੜਾ ਸਭ ਨੂੰ ਦੇ ਰਿਹਾ, ਕਿਸੇ ਇੱਕ ਫਿਰਕੇ ਨੂੰ ਨਹੀਂ, ਕਿਸੇ ਇੱਕ ਤਬਕੇ ਨੂੰ ਨਹੀਂ, ਕਿਸੇ ਇੱਕ ਰਾਜ ਦੇ ਰਹਿੰਦਿਆਂ ਇੱਕ ਰਾਜ ਦੇ ਅਧੀਨਗੀ ਦੇ ਵਿੱਚ ਨਹੀਂ, ਉਹ ਤਾਂ ਸਭ ਨੂੰ ਦੇ ਰਿਹਾ। ਇੱਥੇ ਤਾਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਜਗਤ ਭਿਖਾਰੀ ਹੈ, ਸੰਸਾਰ ਫਿਰਦਾ ਹੈ, ਤੇ ਸਾਰਿਆਂ ਨੂੰ ਦੇਣ ਵਾਲਾ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਜਿਹੜਾ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ, ਰਮਿਆ ਹੋਇਆ ਹੈ। ਉਹ ਰਾਮ ਜਿਸ ਦੇ ਵਿੱਚ ਕੋਈ ਬਾਦ ਘਾਟ ਨਹੀਂ ਹੁੰਦੀ। ਹੁਣ ਭਗਤ ਕਬੀਰ ਜੀ ਦਾ ਇੱਥੇ ਸਮਝਾਉਣ ਦਾ ਅਰਥ ਕੀ ਹੈ? ਉਹ ਕਹਿੰਦੇ ਵੀ ਤੂੰ ਦੂਜਿਆਂ ਨੂੰ ਤਾਂ ਸਿਖਾ ਰਿਹਾ ਪਰ ਤੂੰ ਆਪ ਜਪਦਾ ਨਹੀਂ, ਤੂੰ ਦੂਜਿਆਂ ਨੂੰ ਤਾਂ ਦੱਸ ਰਿਹਾ ਆਪ ਜਪਦਾ ਨਹੀਂ। ਕਹਿੰਦੇ ਇਸ ਕਰਕੇ ਡੁੱਬ ਜਾਵੇਂਗਾ। ਹੁਣ ਭੈੜੀ ਮੱਤ ਕੀ ਲੱਗੀ ਹੈ? ਕਹਿੰਦੇ ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਕਹਿੰਦੇ ਜੀ ਵਧੋ ਸੋ ਧਰਮ ਕਰ ਥਾਪੋ। ਹੁਣ ਕਹਿੰਦੇ ਜਦੋਂ ਤੂੰ ਮੰਦਰ ਦੇ ਵਿੱਚ ਮੂਰਤੀ ਦੇ ਸਾਹਮਣੇ ਲਿਆ ਕੇ ਕਿਸੇ ਜਾਨਵਰ ਦੀ ਬਲੀ ਦਿੰਦਾ ਏ, ਉਸ ਨੂੰ ਮੌਤ ਦੇ ਘਾਟ ਉਤਾਰਦਾ ਏ, ਕਹਿੰਦੇ ਉਹਨੂੰ ਤੂੰ ਧਰਮ ਕਹਿੰਦਾ ਵੀ ਇਹ ਧਰਮ ਕਰਮ ਹੈ। ਕਿਸੇ ਜੀਵ ਦੀ ਬਲੀ ਦੇ ਕੇ ਦੇਵੀ ਦੇਵਤੇ ਨੂੰ ਖੁਸ਼ ਕਰਨਾ ਜਾਂ ਪਰਮਾਤਮਾ ਨੂੰ ਖੁਸ਼ ਕਰਨਾ, ਤੂੰ ਕਹਿਣਾ ਵੀ ਇਹਨੂੰ ਤੂੰ ਧਰਮ ਕਹਿਣਾ।
ਫਿਰ ਅਧਰਮ ਕਿਹੜਾ, ਇਹ ਵੀ ਦੱਸ ਦੇ ਨਾ। ਵੀ ਜੇ ਇਹ ਧਰਮ ਹੈ, ਵੀ ਧਰਮ ਦੇ ਨਾਂ ਦੇ ਉੱਤੇ ਤੂੰ ਬਲੀ ਦੇ ਰਿਹਾ, ਫਿਰ ਅਧਰਮ ਕੀ ਹੈ, ਇਹ ਵੀ ਦੱਸ ਨਾ। ਕੱਲਾ ਧਰਮ ਦੱਸ ਰਿਹਾ ਤੂੰ, ਅਧਰਮ ਦੱਸ ਨਹੀਂ ਰਿਹਾ। ਜਿਹੜਾ ਤੂੰ ਕੰਮ ਕਰੇ ਉਹ ਧਰਮ, ਜਿਹੜਾ ਕੋਈ ਹੋਰ ਆਪਣੇ ਪੇਟ ਪੂਰਤੀ ਦੇ ਲਈ ਕਰੇ ਉਹ ਅਧਰਮ ਕਿਵੇਂ ਹੋ ਗਿਆ। ਆਪਸ ਕੋ ਮੁਨੀਵਰ ਕਰ ਥਾਪੋ, ਆਪਣੇ ਆਪ ਨੂੰ ਸ੍ਰੇਸ਼ਟ, ਵੀ ਮੇਰੇ ਵਰਗਾ ਧਰਮੀ ਬੰਦਾ ਕੋਈ ਨਹੀਂ, ਮੈਂ ਸ੍ਰੇਸ਼ਟ ਹਾਂ, ਮੈਂ ਰੱਬ ਦਾ ਪੁਜਾਰੀ ਹਾਂ, ਮੈਂ ਰੱਬ ਦੇ ਨੇੜੇ ਹਾਂ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੈਂ ਕਰਵਾਵਾਂਗਾ। ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ, ਕਹਿੰਦੇ ਫਿਰ ਕਸਾਈ ਕੌਣ ਹੈ। ਜੇਕਰ ਤੂੰ ਧਰਮ ਦੇ ਨਾਂ 'ਤੇ ਜਾਨਵਰ ਵੱਢ ਕੇ ਬਲੀ ਦਾ ਢੋਂਗ ਕਰ ਰਿਹਾ ਹੈ, ਤੂੰ ਇਸ ਨੂੰ ਧਰਮ ਕਹਿ ਰਿਹਾ। ਫਿਰ ਇੱਕ ਇਨਸਾਨ ਜਿਹੜਾ ਦੂਜੇ ਪਾਸੇ ਜਾਨਵਰ ਵੱਢ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਪਾਲ ਰਿਹਾ, ਉਸ ਮਾਸ ਨੂੰ ਵੇਚ ਕੇ, ਫਿਰ ਉਹ ਧਰਮੀ ਕਿਵੇਂ ਹੋ ਗਿਆ, ਉਹ ਕਸਾਈ ਕਿਵੇਂ ਹੋ ਗਿਆ। ਫਿਰ ਤੂੰ ਵੀ ਕਸਾਈ ਹੈ, ਉਹ ਵੀ ਕਸਾਈ ਹੈ। ਜੇਕਰ ਤੂੰ ਮੁਨੀਵਰ ਆ, ਫਿਰ ਉਹ ਵੀ ਮੁਨੀਵਰ ਹੈ। ਇਸ ਕਰਕੇ ਸਖਤ ਸ਼ਬਦਾਂ ਦੇ ਵਿੱਚ ਭਗਤ ਕਬੀਰ ਜੀ ਨੇ, ਵਾਰ-ਵਾਰ ਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਨੇ, ਸਾਰੇ ਹੀ ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨ ਜੀ ਨੇ ਸਮਝਾਇਆ ਏ ਵੀ ਕਰਮ ਤੁਸੀਂ ਆਪਣੀ ਜੀਵਨ ਦੇ ਵਿੱਚ ਜਪਣ ਵਾਲਾ ਜਿਹੜਾ ਕਰਨਾ ਨਾ, ਉਹ ਉਸ ਮਾਲਕ ਨੂੰ ਖਿਆਲ ਦੇ ਵਿੱਚ ਲੈ ਕੇ ਆਉਣਾ ਜਿਹਦੀ ਅੰਸ਼ ਹਾਂ ਅਸੀਂ, ਜਿਹਦੀ ਹੋਂਦ ਦੇ ਸਹਾਰੇ ਅਸੀਂ ਤੇ ਸੰਸਾਰ ਟਿਕਿਆ ਹੋਇਆ ਹੈ, ਚੱਲ ਰਿਹਾ ਹੈ, ਉਸ ਨੂੰ ਚੇਤੇ ਵਿੱਚ ਲੈ ਕੇ ਆਉਣਾ। ਫੇਰ ਹੀ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ, ਮਿਹਰ ਕਰਨਗੇ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਉਸ ਕਿਰਪਾਲੂ ਦਿਆਲੂ ਪਰਮਾਤਮਾ ਜੀ ਨੇ ਕਿਰਪਾ ਧਾਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਰਹਿਮਤ ਕੀ। ਕਹਿੰਦੇ ਗੁਰ ਗਿਆਨ ਦਿਓ ਮਨ ਸਮਝਾ, ਉਸ ਅਕਾਲ ਪੁਰਖ ਦਾਤੇ ਨੇ ਗਿਆਨ ਗੁਰੂ ਸਾਨੂੰ ਬਖਸ਼ ਦਿੱਤਾ, ਸੱਚਾ ਗਿਆਨ ਗੁਰੂ ਬਖਸ਼ ਦਿੱਤਾ, ਜਿਸ ਦੇ ਨਾਲ ਹੁਣ ਮੇਰਾ ਮਨ ਹੈ ਜਿਹੜਾ ਉਹ ਇਸ ਸੱਚੇ ਨਾਮ ਦੇ ਵਿੱਚ ਸਮਝ ਗਿਆ ਹੈ, ਪਤੀਜ ਗਿਆ ਹੈ, ਜੁੜ ਗਿਆ ਹੈ। ਹੁਣ ਸਤਿਗੁਰੂ ਉਦਾਹਰਨ ਦਿੰਦੇ ਨੇ, ਕਹਿੰਦੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਨਹੀਂ, ਜਿਹੜੇ ਬੇਮੁਖ ਨੇ, ਜਿਹੜੇ ਕੁਸੰਗਤ ਵਿੱਚ ਜੁੜੇ ਹੋਏ ਨੇ, ਜਿਹੜੇ ਮੰਦੇ ਕਰਮਾਂ ਵਾਲੇ ਲੋਕਾਂ ਦੇ ਨਾਲ ਉੱਠਦੇ ਬਹਿੰਦੇ ਨੇ, ਬੁਰਾਈਆਂ ਕਰਦੇ ਨੇ, ਬੁਰਾਈਆਂ ਦੇ ਵਿੱਚ ਜੁੜੇ ਹੋਏ ਨੇ, ਕਹਿੰਦੇ ਉਹਨਾਂ ਦਾ ਹਾਲਾਤ ਕੀ ਨੇ ਉਹਨਾਂ ਦੇ, ਕਿਉਂਕਿ ਮਨ ਤਾਂ ਜੁੜਿਆ ਨਹੀਂ ਰੱਬ ਦੇ ਨਾਲ, ਪਰਮਾਤਮਾ ਦੇ ਨਾਲ, ਉਸ ਨਾਮ ਦੇ ਨਾਲ, ਜਿਸ ਪਰਮਾਤਮਾ ਨੇ ਹਰੇਕ ਸਵਾਸ ਦੇ ਨਾਲ ਤੇਰੀ ਸੰਭਾਲ ਕਰਨੀ ਹੈ, ਤੇਰਾ ਫਰਜ਼ ਬਣਦਾ ਹਰੇਕ ਸਵਾਸ ਦੇ ਨਾਲ ਤੂੰ ਵੀ ਉਸ ਮਾਲਕ ਨੂੰ ਯਾਦ ਕਰ, ਕਿਉਂਕਿ ਜਿਹੜਾ ਸਾਨੂੰ ਦੇ ਰਿਹਾ ਹੈ ਉਸ ਦਾਤੇ ਨੂੰ ਮਨ ਦੇ ਵਿੱਚੋਂ ਨਾ ਵਿਸਾਰੀਏ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਭਾਰਿਆ, ਜਿਸ ਮਾਲਕ ਨੇ ਤੇਰੀ ਸਾਜਣਾ ਕੀਤੀ, ਪ੍ਰਤ ਪਾਲਣਾ ਕੀਤੀ ਹੈ, ਗਰਭ ਅਗਨ ਦੇ ਵਿੱਚ ਜਿਹਨੇ ਤੈਨੂੰ ਸੰਭਾਲ ਕੇ ਰੱਖਿਆ, ਉਸ ਮਾਲਕ ਪਰਮਾਤਮਾ ਜੀ ਨੂੰ ਮਨ ਤੋਂ ਨਾ ਵਿਸਾਰੀ, ਉਸ ਨੂੰ ਹਮੇਸ਼ਾ ਚੇਤਾ ਰੱਖੀ ਕਿ ਸ਼ੁਕਰ ਹੈ ਦਾਤਾ ਵੀ ਤੂੰ ਮੈਨੂੰ ਇਸ ਸੋਹਣੇ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ। ਪਹਿਲਾਂ ਤਾਂ ਮੇਰੀ ਕੋਈ ਔਕਾਤ ਨਹੀਂ ਸੀ ਵੀ ਮੈਂ ਇਸ ਸੰਸਾਰ ਦੇ ਵਿੱਚ ਅੱਖਾਂ ਵੀ ਖੋਲ੍ਹ ਲੈਂਦਾ। ਹੋ ਸਕਦਾ ਸੀ ਪਾਤਸ਼ਾਹ ਬੜੇ ਇਸ ਸ੍ਰਿਸ਼ਟੀ ਸੰਸਾਰ ਦੇ ਵਿੱਚ ਲੋਕ ਜਿਹੜੇ ਪੈਦਾ ਹੁੰਦੇ ਨੇ, ਉਹ ਪੈਦਾ ਹੋਣ ਸਾਰ ਇਸ ਧਰਤੀ 'ਤੇ ਅੱਖਾਂ ਵੀ ਨਹੀਂ ਖੋਲ੍ਹ ਪਾਉਂਦੇ, ਮਰ ਜਾਂਦੇ ਨੇ। ਤੇਰਾ ਸ਼ੁਕਰ ਹੈ ਵੀ ਮੈਂ ਸੰਸਾਰ ਦੇ ਵਿੱਚ ਅੱਖਾਂ ਖੋਲ੍ਹੀਆਂ, ਸਵਾਸ ਲਿਆ ਹੈ। ਸ਼ੁਕਰ ਹੈ ਦਾਤਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅੱਜ ਤੱਕ ਦੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੀ ਮੇਰੇ ਨਾਲ ਦੇ ਜੰਮੇ, ਮੈਥੋਂ ਪਹਿਲਾਂ ਦੇ ਵੀ ਜੰਮੇ ਹੋਏ, ਮੈਥੋਂ ਬਾਅਦ ਵਿੱਚ ਜੰਮੇ ਹੋਏ ਵੀ ਕਿੰਨੇ ਚਲੇ ਗਏ ਨੇ। ਬਜ਼ੁਰਗ ਚਲੇ ਗਏ ਨੇ, ਮੇਰੇ ਹਾਣ ਦੇ ਚਲੇ ਗਏ ਨੇ, ਮੇਰੇ ਛੋਟੇ ਬੱਚਿਆਂ ਦੇ ਸਮਾਨ ਸੀ ਜਿਹੜੇ ਉਹ ਵੀ ਚਲੇ ਗਏ ਨੇ। ਪਰ ਸ਼ੁਕਰ ਹੈ ਦਾਤਾ ਤੂੰ ਹਲੇ ਤੱਕ ਮੈਨੂੰ ਇਹ ਸਵਾਸ ਬਖਸ਼ ਰਿਹਾ ਤੇ ਮੈਂ ਤੇਰਾ ਕਦਰਦਾਨ ਹਾਂ, ਮੈਂ ਤੇਰੀ ਹਰ ਇੱਕ ਸਵਾਸ ਦੇ ਨਾਲ ਤੈਨੂੰ ਸੰਭਾਲਾਂਗਾ। ਇਹ ਅੰਦਰ ਪਿਆਰ ਬਣੇ। ਜੇਕਰ ਨਹੀਂ, ਸਤਿਗੁਰੂ ਨੇ ਸਖਤ ਉਲਾਂਭਾ ਦੇ ਦਿੱਤਾ, ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ,
ਤਿੰਨ ਮਾਤ ਕੀਜੈ ਹਰ ਵਾਂਝਾ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਯਾਦ ਨਹੀਂ ਵਸੀ। ਮਾਲਕ ਪਰਮਾਤਮਾ ਕਿਹੜਾ? ਜਿਹੜਾ ਸਾਡੇ ਖੁਦ ਆਪੇ ਦਾ ਮਾਲਕ ਹੈ, ਜਿਹੜਾ ਇਸ ਸਰੀਰ ਦੇ ਵਿੱਚ ਬੈਠ ਕੇ ਇਹ ਵਾਜਾ ਪਵਨ ਵਜਾਇਆ, ਇਸ ਨੂੰ ਵਜਾ ਰਿਹਾ, ਚਲਾ ਰਿਹਾ ਹੈ, ਸਵਾਸਾਂ ਰੂਪੀ ਵਾਜੇ ਨੂੰ ਇਹਨੂੰ ਚਲਾ ਰਿਹਾ ਹੈ, ਜਿਹੜਾ ਉਹ ਦਾਤਾ ਜਿਹੜਾ ਸਾਡੀ ਪ੍ਰਤ ਪਾਲਣਾ ਕਰ ਰਿਹਾ ਹੈ, ਸਾਨੂੰ ਚੰਗੀ ਸੂਝ ਮਤ ਬਖਸ਼ ਰਿਹਾ ਹੈ, ਉਹ ਸੱਚਾ ਸਤਿਗੁਰੂ ਗਿਆਨ ਹੈ ਜਿਹੜਾ ਉਹ ਸਾਡੇ ਅੰਦਰ ਟਿਕਿਆ ਹੋਇਆ ਹੈ। ਕਹਿੰਦੇ ਜੇਕਰ ਉਹ ਸਾਡੇ ਅੰਦਰ ਨਾ ਟਿਕਿਆ, ਨਾ ਉਜਾਗਰ ਹੋਇਆ, ਨਾ ਪ੍ਰਗਟ ਹੋਇਆ, ਕਹਿੰਦੇ ਫਿਰ ਤਾਂ ਇਸ ਤੋਂ ਚੰਗਾ ਸੀ ਵੀ ਤੇਰੇ ਹਿਰਦੇ ਵਿੱਚ ਨਾਮ ਦੀ ਥਾਂ ਦੇ ਉੱਤੇ ਬੁਰਾਈਆਂ ਨੇ ਜਨਮ ਲੈ ਲਿਆ। ਕਹਿੰਦੇ ਚੰਗਾ ਸੀ ਵੀ ਤੂੰ ਇਸ ਧਰਤੀ ਦੇ ਉੱਤੇ ਜਨਮ ਹੀ ਨਾ ਲੈਂਦਾ। ਤੇਰੀ ਮਾਂ ਦੀ ਜਿਹੜੀ ਕੁੱਖ ਹੈ ਨਾ ਉਹ ਖਾਲੀ ਰਹਿ ਜਾਂਦੀ। ਚੰਗਾ ਸੀ ਤੇਰੇ ਜੰਮਣ ਦੇ ਨਾਲੋਂ ਤਾਂ ਚੰਗਾ ਸੀ ਵੀ ਤੂੰ ਇਸ ਸੰਸਾਰ ਦੇ ਵਿੱਚ ਆਉਂਦਾ ਹੀ ਨਾ, ਕਿਉਂਕਿ ਆਇਆ ਤਾਂ ਮਾਂ ਦੀ ਕੁੱਖ ਦੇ ਦੁਆਰਾ। ਇਸ ਕਰਕੇ ਉਲਾਮਾ ਮਾਂ ਨੂੰ ਦੇਖ ਭਲਿਆ ਤੇਰੇ ਇਸ ਕਾਰਨ ਕਰਕੇ ਇੱਕ ਮਾਂ ਨੂੰ ਉਲਾਂਭਾ ਗਿਆ, ਇੱਕ ਮਾਂ ਦੀ ਕੁੱਖ ਨੂੰ ਉਲਾਂਭਾ ਗਿਆ ਕਿ ਉਹ ਮਾਂ ਬਾਂਝ ਰਹਿ ਜਾਂਦੀ ਵੀ ਤੇਰੇ ਵਰਗਾ ਜਿਹੜਾ ਨਖੱਟੂ ਜੰਮਿਆ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਵਾਂਝਾ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਨਾ ਵਸਿਆ ਉਹਨਾਂ ਦੀ ਜਿਹੜੀ ਦੇਹੀ ਹੈ ਉਹ ਡਰਾਉਣੀ ਹੋ ਜਾਂਦੀ ਹੈ। ਉਹ ਫਿਰ ਦੂਜਿਆਂ ਨੂੰ ਨਹੀਂ, ਉਹ ਮਨੁੱਖ ਆਪਣੇ ਆਪ ਨੂੰ ਵੀ ਡਰਾਉਂਦੀ ਰਹਿੰਦੀ ਹੈ। ਤੈਨੂੰ ਸੁਣੀ ਦੇ ਫਿਰੈ ਬਿਨ ਨਾਮੈ ਓਏ ਖੱਪ ਖੱਪ ਮੂਏ ਕਰਾਂਜਾ। ਉਹ ਦੇਹੀ ਸੁੰਨੀ ਹੈ ਜਿਹੜੀ ਬਸ ਇੱਕ ਤੁਰੀ ਫਿਰਦੀ ਹੈ, ਹੋਰ ਕੁਝ ਵੀ ਨਹੀਂ। ਸਿਰਫ ਉਹ ਦੇਹੀ ਸੁੰਨੀ ਹੈ ਜਿਹੜੀ ਇਸ ਸੰਸਾਰ ਦੇ ਵਿੱਚ ਤੁਰੀ ਫਿਰਦੀ। ਹੁਣ ਕਰਦਾ ਕੀ ਇਹ ਬੰਦਾ? ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਬੰਦਾ ਕੋਸ਼ਿਸ਼ ਕਰਦਾ ਹੈ ਵੀ ਸ਼ਾਇਦ ਵੀ ਜਿਹੜਾ ਮੈਂ ਹੈ ਨਾ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਦੇ ਲਈ ਕੀ ਕਰਦਾ ਵੀ ਸ਼ਾਇਦ ਮੈਂ ਪਾਰ ਲੰਘਣਾ, ਤੇ ਪਾਰ ਲੰਘਣ ਦੇ ਲਈ ਜਿਹੜਾ ਉਪਰਾਲਾ ਹੈ ਉਹ ਇਹ ਕਰਦਾ। ਕਹਿੰਦੇ ਵੀ ਭੇਡ ਦੀ ਪੂਛ ਨੂੰ ਫੜ ਕੇ ਪਾਰ ਲੰਘਣ ਦਾ ਯਤਨ ਕਰਦਾ। ਭੇਡਾਂ ਪੂਛਲ ਲੱਗਿਆ ਕਿਉਂ ਪਾਰ ਲੰਘੀ ਹੈ? ਭਾਈ ਗੁਰਦਾਸ ਜੀ ਕਹਿੰਦੇ ਪਰ ਭੈੜੀ ਮੱਤ ਦੇ ਪਿੱਛੇ ਲੱਗ ਕੇ ਕਦੇ ਵੀ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਕੋਈ ਨਦੀ ਦੇ ਵਿੱਚ ਦੀ ਲੰਘਣ ਦਾ ਯਤਨ ਕਰੇ ਵੀ ਭੇਡ ਦੀ ਪੂਛ ਫੜ ਕੇ ਲੰਘ ਜਾਵਾਂ, ਉਹ ਤਾਂ ਆਪ ਉਸ ਵਿੱਚ ਗੋਤੇ ਖਾਵੇਗੀ, ਡੁੱਬ ਜਾਵੇਗੀ। ਕਹਿੰਦੇ ਇਹੀ ਹਾਲਤ ਤੇਰੀ ਹੋਵੇਗੀ। ਇਸ ਸੰਸਾਰ ਸਮੁੰਦਰ ਨੂੰ ਪਾਰ ਲੱਗਣ ਦੇ ਲਈ ਜਿਹੜੀ ਭੇਡ ਵਾਲੀ ਮੱਤ ਹੈ ਨਾ, ਮੱਤ ਹੈ ਤੇਰੀ, ਉਹ ਮੱਤ ਨੂੰ ਬਦਲ, ਉਸ ਮੱਤ ਨੂੰ ਛੱਡ ਕੇ ਚੰਗੇਰੀ ਮੱਤ ਨੂੰ ਗ੍ਰਹਿਣ ਕਰ, ਜਿਹਦੇ ਨਾਲ ਤੇਰਾ ਪਾਰ ਉਤਾਰਾ ਹੋ ਸਕੇ। ਨਹੀਂ ਤੇ ਜਿਹੜੀ ਮੱਤ ਹੈ ਭੇਡ ਮੱਤ, ਉਸ ਦੇ ਮਗਰ ਲੱਗਿਆ ਤੇ ਉਸ ਦੇ ਮਗਰ ਲੱਗਿਆ ਤਾਂ ਖੂਹ ਦੇ ਵਿੱਚ ਡਿੱਗਣ ਵਾਲਾ ਕੰਮ ਹੈ। ਭੇਡਾਂ ਪੂਛਲ ਲੱਗਿਆ ਕਿਉਂ ਪਾਰ ਲੰਘੀ ਹੈ, ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ। ਹੁਣ ਜਿਨ੍ਹਾਂ ਦਾ ਸੰਬੰਧ ਹੀ ਜੀਵਨ ਦੇ ਵਿੱਚ ਬੁਰਾਈਆਂ ਦੇ ਨਾਲ ਹੈ, ਕਿਉਂਕਿ ਨਾਮ ਤੋਂ ਬਿਨਾਂ ਵੀ ਮਨੁੱਖ ਜਿਹੜੇ ਨੇ ਉਹ ਭੂਤ ਨੇ। ਉਹਨਾਂ ਦਾ ਜੀਵਨ ਹੈ ਜਿਹੜਾ ਉਹ ਬਿਲਕੁਲ ਭੂਤਾਂ ਵਾਲਾ ਹੈ। ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਟਿਕਾ ਨਹੀਂ, ਕਿਉਂਕਿ ਉਹਨਾਂ ਨੇ ਕੀਤੀਆਂ ਬੁਰਾਈਆਂ ਨੇ, ਤੇ ਉਹ ਬੁਰਾਈਆਂ ਨੇ ਜਿਹੜੀਆਂ ਉਹ ਬੁਰਾਈਆਂ ਹੀ ਉਹਨਾਂ ਨੂੰ ਲੈ ਕੇ ਬਹਿ ਜਾਂਦੀਆਂ ਨੇ। ਭਗਤ ਕਬੀਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ, ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਏ ਉਹ ਇੱਕ ਸ਼ਮਸ਼ਾਨ ਭੂਮੀ ਦੇ ਵਾਂਗੂ ਸਰੀਰ ਹੋ ਜਾਂਦਾ। ਉਹਨਾਂ ਦਾ ਸਰੀਰ ਘਰ ਵੀ ਸ਼ਮਸ਼ਾਨ ਭੂਮੀ ਬਣ ਜਾਂਦਾ, ਕਿਉਂਕਿ ਜਿੱਥੇ ਚੰਗਿਆਈਆਂ ਜਿਹੜੀਆਂ ਮਰ ਜਾਂਦੀਆਂ ਨੇ, ਬੁਰਾਈਆਂ ਜਨਮ ਲੈਂਦੀਆਂ ਨੇ, ਤੇ ਬੁਰਾਈਆਂ ਨੂੰ ਬਾਣੀ ਵਿੱਚ ਕਿਹਾ ਗਿਆ ਭੂਤ। ਇਹ ਤਾਂ ਕਹਿੰਦੇ ਭੂਤ ਵਾਂਗੂ ਹੈ। ਹੁਣ ਭੂਤ ਜਿਹਦੇ ਸਾਹਮਣੇ ਵੀ ਕਹਿ ਦਿੱਤਾ ਉਹ ਡਰ ਜਾਂਦਾ ਬੰਦਾ ਵੀ ਹਾਂ ਭੂਤ। ਭਗਤ ਕਬੀਰ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀਂ। ਜਿਸ ਹਿਰਦੇ ਘਰ ਦੇ ਵਿੱਚ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਜਾਂਦਾ, ਜਿਸ ਸਰੀਰ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਨਹੀਂ ਕੀਤੀ ਜਾਂਦੀ,
ਜਿਸ ਹਿਰਦੇ ਘਰ ਦੇ ਵਿੱਚ, ਜਿਸ ਸਰੀਰ ਦੇ ਵਿੱਚ ਪਰਮਾਤਮਾ ਨੂੰ ਚੇਤਾ ਨਹੀਂ ਕੀਤਾ ਜਾਂਦਾ, ਉਹਦੀ ਸੇਵਾ ਨਹੀਂ ਕੀਤੀ ਜਾਂਦੀ, ਕਹਿੰਦੇ ਉਹ ਕੀ ਆ? ਤੇ ਘਰ ਮਰਹਠ ਸਾਰਖੇ ਭੂਤ ਬਸੈ ਤਿਨ ਮਾਹੇ। ਕਹਿੰਦੇ ਉਹ ਘਰ, ਮਰਹਠ ਦਾ ਅਰਥ ਹੈ ਮਸਾਣ, ਸ਼ਮਸ਼ਾਨ ਘਾਟ। ਸਾਰਖੇ ਦਾ ਅਰਥ ਹੈ ਵਰਗੇ। ਭੂਤ ਬਸੈ ਤਿਨ ਮਾਹੇ, ਕਹਿੰਦੇ ਉਹ ਇੰਜ ਮੰਨ ਲਓ ਵੀ ਜਿਵੇਂ ਸ਼ਮਸ਼ਾਨ ਭੂਮੀ ਦੇ ਵਿੱਚ ਕਿਹਾ ਜਾਂਦਾ ਨਾ ਵੀ ਇੱਥੇ ਭੂਤਾਂ ਦਾ ਵਾਸਾ, ਕਿਉਂਕਿ ਮੁਰਦੇ ਹੀ ਪਏ ਹੁੰਦੇ ਨੇ ਉੱਥੇ, ਜਿਉਂਦਾ ਤਾਂ ਕੋਈ ਹੁੰਦਾ ਨਹੀਂ। ਕਹਿੰਦੇ ਉਵੇਂ ਹੀ ਇਹ ਸਰੀਰ ਵੀ ਬੰਦੇ ਦਾ ਸ਼ਮਸ਼ਾਨ ਘਾਟ ਬਣ ਗਿਆ। ਇਹ ਸ਼ਮਸ਼ਾਨ ਘਾਟ ਬਣ ਗਿਆ। ਇਹਦੇ ਵਿੱਚ ਕੀ ਨੇ? ਮੁਰਦੇ ਰਹਿੰਦੇ ਨੇ। ਤੇ ਮੁਰਦਿਆਂ ਦਾ ਅਰਥ ਕੀ ਹੁੰਦਾ? ਭੂਤ। ਕਹਿੰਦੇ ਇਹ ਸਰੀਰ ਹੀ ਭੂਤ ਬਣ ਗਿਆ ਹੈ, ਤੇ ਇਹ ਹੁਣ ਸਰੀਰ ਰੂਪੀ ਭੂਤ ਹਰ ਇੱਕ ਨੂੰ ਡਰਾਉਂਦਾ ਫਿਰਦਾ। ਨਸ਼ੇ ਕਰਕੇ ਆਉਂਦਾ, ਘਰੇ ਬੱਚੇ ਡਰਦੇ ਆ। ਦੇਖੋ ਨਾ, ਇੱਕ ਘਰੇ ਬਾਪ ਜਦੋਂ ਸ਼ਾਮ ਨੂੰ ਮੁੜਦਾ ਆਪਣੇ ਕੰਮਕਾਰ ਦੇ ਉੱਤੋਂ, ਹੱਥ ਦੇ ਵਿੱਚ ਕੁਝ ਲੈ ਕੇ ਆਉਂਦਾ ਵੀ ਮੇਰੇ ਬੱਚੇ ਨੇ ਘਰੇ, ਉਹ ਵੇਖਣਗੇ ਵੀ ਸਾਡਾ ਬਾਪ ਗਿਆ ਸੀ ਤੇ ਆਇਆ ਨਹੀਂ, ਤੇ ਆਵੇਗਾ ਤੇ ਸਾਡੇ ਦੇ ਲਈ ਨਾ ਕੁਛ ਉਹ ਲੈ ਕੇ ਆਵੇਗਾ ਖਾਣ ਦੇ ਲਈ। ਹੁਣ ਉਹ ਜਦੋਂ ਬਾਪ ਆਉਂਦਾ, ਇੱਕ ਕੰਮ ਕਰਨ ਵਾਲਾ ਕਿਰਤੀ ਹੈ ਜਿਹੜਾ ਪਰਿਵਾਰ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਚੰਗੇ ਗੁਣਾਂ ਦਾ ਧਾਰਨੀ ਹੋ ਕੇ ਜੀਵਨ ਬਤੀਤ ਕਰਦਾ, ਜਿਹੜਾ ਬੱਚਿਆਂ ਨੂੰ ਵੀ ਪਿਆਰ ਕਰਦਾ, ਮਾਂ ਬਾਪ ਨੂੰ ਵੀ ਪਿਆਰ ਕਰਦਾ, ਆਪਣੇ ਘਰ ਵਾਲੀ ਦਾ ਵੀ ਸਤਿਕਾਰ ਤੇ ਪਿਆਰ ਕਰਦਾ, ਭੈਣਾਂ ਭਰਾਵਾਂ ਨਾਲ ਮਿਲ ਕੇ ਰਹਿੰਦਾ ਏ। ਉਹ ਜਦੋਂ ਬੰਦਾ ਘਰੇ ਆਉਂਦਾ ਨਾ, ਸਾਰਿਆਂ ਨੂੰ ਚਾਅ ਚੜ੍ਹ ਜਾਂਦਾ। ਬੱਚੇ ਭੱਜੇ ਜਾਂਦੇ ਨੇ ਵੀ ਬਾਪੂ ਆ ਗਿਆ, ਬਾਪੂ ਆ ਗਿਆ। ਕੋਈ ਲੱਤ ਨੂੰ ਫੜਦਾ, ਕੋਈ ਹੱਥ ਨੂੰ ਫੜਦਾ। ਜਦੋਂ ਆ ਕੇ ਹਜੇ ਬਹਿੰਦਾ ਮੰਜੇ ਤੇ, ਉਹ ਕਹਿੰਦਾ ਗੋਦੀ ਵਿੱਚ ਮੈਂ ਬੈਠਣਾ, ਉਹ ਕਹਿੰਦਾ ਮੈਂ ਬੈਠਣਾ। ਫਿਰ ਉਹ ਬਾਪੂ ਸਾਰਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਲੈਂਦਾ। ਇਹ ਤਾਂ ਹੈ ਨਾ ਵੀ ਚੰਗਾ ਏ, ਚੰਗੇਰਾ, ਦੇਵਤਾ ਏ ਉਹ। ਤੇ ਦੂਜੇ ਪਾਸੇ ਇੱਕ ਉਹ ਇਨਸਾਨ ਹੈ ਜਿਹੜਾ ਰੱਜਿਆ ਆਉਂਦਾ, ਆਥਣ ਨੂੰ ਲਾ ਕੇ ਦਰਵਾਜ਼ੇ ਵਿੱਚ ਲੱਤ ਮਾਰਦਾ, ਜ਼ੋਰ ਦੀ ਲਲਕਾਰੇ ਮਾਰਦਾ ਆਉਂਦਾ, ਗੇਟ ਭੰਨਦਾ ਆਉਂਦਾ। ਉਹ ਜਿਹੜੇ ਬੱਚੇ ਜਿਹੇ ਜਿਹੇ ਦੂਜੇ ਦੇ ਸੀ, ਉਹੇ ਜਿਹੇ ਇਹਦੇ ਵੀ ਨੇ। ਉਹ ਹੁਣ ਉਹਦੇ ਕੋਲ ਦੀ ਜਾਣ ਬਜਾਏ ਨਾ, ਉਹ ਕਮਰੇ ਦੇ ਬੈਡਾਂ ਥੱਲੇ ਲੁਕ ਜਾਂਦੇ ਨੇ ਵੀ ਇਹਦਾ ਕੀ ਪਤਾ, ਡੱਕੇ ਹੋਏ ਦਾ ਸਾਡੇ ਹੀ ਮਾਰੇ। ਕੁਛ ਪਤਾ ਹੁੰਦਾ ਨਾ ਬੱਚਿਆਂ ਨੂੰ। ਹੁਣ ਬੱਚੇ ਕਿਹੜਾ ਨਿਆਣੇ ਸਮਝਦਾਰ ਹੁੰਦੇ ਨੇ, ਬੱਚੇ ਵੀ। ਉਹ ਦਰਵਾਜ਼ਿਆਂ ਉਹਲੇ ਲੁਕਦੇ ਫਿਰਦੇ ਨੇ। ਆ ਕੇ ਭਾਂਡੇ ਭੰਨਣ ਲੱਗ ਪੈਂਦਾ, ਘਰ ਵਾਲੀ ਦੇ ਮਾਰਦਾ ਚਪੇੜਾਂ 4 ਵੀ ਤੂੰ ਕੀ ਕਰਦੀ ਫਿਰਦੀ ਹੈ। ਮਾਂ ਨੂੰ ਬੁਰਾ ਭਲਾ ਬੋਲਦਾ, ਪਿਓ ਨੂੰ ਬੋਲਦਾ, ਬੁੜਿਆ ਤੂੰ ਚੁੱਪ ਕਰਕੇ ਬਹਿ ਜਾ। ਕਿਉਂ? ਇਹ ਭੂਤ ਹੀ ਹੈ, ਫਿਰ ਹੋਰ ਕੀ ਹੈ। ਦੂਜਾ ਭੂਤ ਕਿਸੇ ਨੇ ਵੇਖਿਆ ਅੱਜ ਤੱਕ? ਜਿਹੜਾ ਲੋਕ ਕਹਿੰਦੇ ਨੇ ਜਾਂ ਜੋ ਕਿਹਾ ਜਾਂਦਾ ਵੀ ਜੀ ਭੂਤ ਹੁੰਦੇ ਨੇ, ਪ੍ਰੇਤਾਂ ਹੁੰਦੀਆਂ ਨੇ, ਇਹ ਹੁੰਦਾ ਉਹ ਹੁੰਦਾ, ਅੱਜ ਤੱਕ ਕਦੇ ਵੇਖਣ ਨੂੰ ਨਹੀਂ ਮਿਲਿਆ। ਦੱਸੋ ਕਿਹਨੇ ਵੇਖਿਆ? ਪ੍ਰਗਟ ਕਰੋ ਸਾਹਮਣੇ। ਇੱਥੇ ਤਾਂ ਤਰਕਸ਼ੀਲਾਂ ਨੇ ਕਿੱਡੇ ਕਿੱਡੇ ਇਨਾਮ ਰੱਖੇ ਪਏ ਨੇ ਵੀ ਕਹਿੰਦੇ ਭੂਤ ਸਾਡੇ ਸਾਹਮਣੇ ਦਿਖਾ ਦਿਓ ਸਾਨੂੰ, ਸਾਡੀ ਸਾਰੀ ਪ੍ਰਾਪਰਟੀ ਜਾਇਦਾਦ 5 ਕਰੋੜ ਤੱਕ ਦਾ ਇਨਾਮ ਲੈ ਜਾਓ। ਹੁਣ ਦਿਖਾਵੇ ਕੌਣ? ਹੋਵੇ ਤਾਂ ਦਿਖਾਵੇ। ਪਰ ਜਿਹੜੇ ਸਿਆਣੇ ਚੰਗੇਰੇ ਇਨਸਾਨ ਨੇ, ਉਹਨਾਂ ਨੇ ਜਿਹੜੀ ਭੂਤਾਂ ਦੀ ਡੈਫੀਨੇਸ਼ਨ ਬਾਹਰ ਕੱਢੀ ਨਾ, ਉਦਾਹਰਨ ਕੱਢੀ, ਗੁਰਬਾਣੀ ਦੇ ਮਹਾਨ ਖਜ਼ਾਨੇ ਨੇ, ਗਿਆਨ ਨੇ, ਜਿਹੜੀ ਭੂਤ ਦੀ ਪਰਿਭਾਸ਼ਾ ਦਿੱਤੀ, ਉਹ ਭੂਤ ਪਰਿਭਾਸ਼ਾ ਦਿੱਤੀ ਵੀ ਬੰਦਾ ਹੀ ਭੂਤ ਬਣ ਜਾਂਦਾ ਜਦੋਂ ਡਰਾਉਣ ਲੱਗ ਪੈਂਦਾ। ਜਦੋਂ ਇਸ ਬੰਦੇ ਤੋਂ, ਇਨਸਾਨ ਤੋਂ ਸਾਰੇ ਡਰਨ ਲੱਗ ਪੈਣ ਵੀ ਨਹੀਂ ਇਹ ਮਾੜਾ ਏ, ਇਹ ਬੇਸ਼ੱਕ ਉਹ ਲੱਖ ਚੰਗਾ ਬਣੀ ਜਾਵੇ, ਪਰ ਉਹਦਾ ਮਾੜਾ ਜਿਹੜਾ ਕਰਮ ਹੈ ਨਾ, ਉਹ ਕਿਤੇ ਨਾ ਕਿਤੇ ਆ ਕੇ ਉਹਦੇ ਨਾਲ ਖੜੀ ਜਾਂਦਾ ਏ ਤੇ ਫਿਰ ਉਹ ਡਰਾਉਣਾ ਹੋ ਜਾਂਦਾ। ਹੁਣ ਕਹਿੰਦੇ ਕੋਈ ਐਸੇ ਭੈੜੇ ਇਨਸਾਨ ਦੀ ਦੋਸਤੀ ਕਰ ਲਵੇ, ਐਸੇ ਭੈੜੇ ਇਨਸਾਨ ਦੀ ਕੋਈ ਦੋਸਤੀ ਕਰ ਲਵੇ, ਮਿੱਤਰ ਬਣਾ ਲਵੇ ਉਸ ਭੈੜੇ ਇਨਸਾਨ ਨੂੰ, ਫਿਰ ਉਹ ਕੀ ਆਸ ਰੱਖੇਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਚੰਗਾ ਹੀ ਹੋਵੇਗਾ। ਕਿਉਂਕਿ ਨਾਲ ਰਹਿੰਦਾ, ਉਹਨੇ ਕੀ ਪਤਾ ਕਿੱਥੇ ਕਿਹੜਾ ਗੁਨਾਹ ਕਰ ਦੇਣਾ, ਤੇ ਉਹ ਗੁਨਾਹ ਦੇ ਬਦਲੇ ਉਹ ਭੱਜ ਜਾਵੇ ਤੇ ਪੁਲਿਸ ਦੂਜੇ ਨੂੰ ਚੱਕ ਲਿਆ ਵੀ ਤੇਰਾ ਦੋਸਤ ਸੀ ਭਾਈ, ਤੇਰੇ ਨਾਲ ਫਿਰਦਾ ਸੀ, ਉਹ ਬਥੇਰੀਆਂ ਮਿੰਨਤਾਂ ਕਰਦਾ, ਉਹ ਨਹੀਂ ਜੀ ਮੈਂ ਤਾਂ ਉਹਨੂੰ ਇੱਥੇ ਮਿਲਿਆ ਸੀ, ਮੇਰੇ ਨਾਲ ਗੱਲਾਂ ਕਰਨ ਲੱਗ ਗਿਆ, ਮੈਂ ਨਾਲ ਤੁਰ ਪਿਆ, ਮੇਰਾ ਕੋਈ। ਉਹ ਕਹਿੰਦੇ ਵੀ ਨਾ ਨਾ, ਹੁਣ ਗੁਨਾਹ ਕੀਤੇ ਹੋਏ ਉਹਦੇ ਤੇ ਸਜ਼ਾ ਨਾਲ ਦੇ ਨੂੰ ਵੀ ਭੁਗਤਣੀ ਪਈ। ਭਾਈ ਗੁਰਦਾਸ ਜੀ ਕਹਿੰਦੇ ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀਏ। ਉਹ ਜੀਵਨ
ਜਿਹੜਾ ਭੂਤ ਦੀ ਦੋਸਤੀ ਹੈ ਨਾ, ਮਾੜੇ ਕਰਮਾਂ ਦੀ ਦੋਸਤੀ ਹੈ, ਮਨ ਦੇ ਵਿੱਚ ਹਮੇਸ਼ਾ ਸੰਸਾ ਬਣਿਆ ਰਹਿੰਦਾ ਵੀ ਪਤਾ ਨਹੀਂ ਕਿੱਥੇ ਕੀ ਗੁਨਾਹ ਕਰਾ ਦੇਵੇਗਾ, ਕਿੱਥੇ ਕੀ ਗਲਤੀ ਕਰਵਾ ਦੇਵੇਗਾ, ਕਿੱਥੇ ਕੀ ਔਗਣ ਕਰਵਾ ਦੇਵੇਗਾ। ਫਿਰ ਜਿਹੜੀ ਜਲੀਲਤਾ ਗੀ ਉਹ ਝੱਲਣੀ ਪਵੇਗੀ। ਇਸ ਸੰਸਾਰ ਦੇ ਵਿੱਚ ਲੋਕ ਤਾਨੇ ਮਾਰਨਗੇ, ਲੋਕ ਨਫ਼ਰਤ ਕਰਨਗੇ, ਮੇਰੇ ਕੋਲ ਕੋਈ ਬੈਠੇਗਾ ਨਹੀਂ। ਇਸ ਕਰਕੇ ਇਹ ਜਿਹੜਾ ਜੀਵਨ ਦੇ ਜ਼ਿੰਦਗੀ ਦੇ ਵਿੱਚ ਭੂਤ ਹੈ ਨਾ ਬੁਰਾਈਆਂ ਦਾ, ਇਹਨੂੰ ਬਾਹਰ ਕੱਢੀਏ। ਜਦੋਂ ਇਹ ਬਾਹਰ ਨਿਕਲ ਗਿਆ ਫਿਰ ਸਾਡੇ ਅੰਦਰ ਚੰਗਿਆਈਆਂ ਜਨਮ ਲੈ ਲੈਣਗੀਆਂ। ਅਤੇ ਇਹਨਾਂ ਨੂੰ ਮਾਰਨ ਦਾ ਭੂਤਾਂ ਨੂੰ ਇਹੀ ਇੱਕੋ ਇੱਕ ਹੱਲ ਹੈ ਵੀ ਜੀਵਨ ਦੇ ਵਿੱਚ ਚੰਗਿਆਈਆਂ ਲੈ ਕੇ ਆਈਏ, ਸੱਚਾਈ ਲੈ ਕੇ ਆਈਏ, ਸੱਚ ਧਰਮ ਨੂੰ ਜੀਵਨ ਦੇ ਵਿੱਚ ਲੈ ਕੇ ਆਈਏ। ਫਿਰ ਹੀ ਉਹ ਸੱਚਾ ਅਕਾਲ ਪੁਰਖ ਪਰਮਾਤਮਾ ਸਾਡੇ ਨਾਲ ਮਹਿਸੂਸ ਹੋਵੇਗਾ, ਸਾਨੂੰ ਅੰਦਰੋਂ ਪ੍ਰਗਟ ਹੋ ਪਵੇਗਾ। ਨਦੀ ਕਿਨਾਰੇ ਰੁੱਖੜਾ ਵਿਸਾਹ ਨਾ ਕੀ ਹੈ। ਹੁਣ ਨਦੀ ਦੇ ਕਿਨਾਰੇ ਉੱਤੇ ਲੱਗਿਆ ਹੋਇਆ ਇੱਕ ਰੁੱਖ ਹੈ। ਹੁਣ ਪਾਣੀ ਦੀਆਂ ਲਹਿਰਾਂ ਨਿੱਤ ਉਹ ਜਿਹੜੀ ਵਾਟ ਹੈ, ਵੱਟ ਪਈ ਹੋਈ ਹੈ, ਉਹਨੂੰ ਖੋਰ ਰਹੀਆਂ ਨੇ, ਨਿੱਤ ਖੋਰ ਰਹੀਆਂ ਨੇ। ਹੁਣ ਉਹਦਾ ਕੀ ਭਰੋਸਾ ਕੀਤਾ ਜਾ ਸਕਦਾ ਵੀ ਇਹ ਕਿੰਨਾ ਕੁ ਚਿਰ ਇੱਥੇ ਰੁਕਿਆ ਰਹੇਗਾ। ਨਦੀ ਦੇ ਕਿਨਾਰੇ ਉੱਤੇ ਰੁੱਖ ਹੈ ਅਤੇ ਉਹਦੀਆਂ ਜੜ੍ਹਾਂ ਦੇ ਵਿੱਚੋਂ ਜਿਹੜੀ ਮਿੱਟੀ ਹੈ ਪਾਣੀ ਖੋਰ ਕੇ ਲੈ ਕੇ ਜਾ ਰਿਹਾ। ਹੁਣ ਉਹਦਾ ਕੀ ਭਰੋਸਾ ਕੀਤਾ ਜਾ ਸਕਦਾ ਵੀ ਇਹ ਸਾਨੂੰ ਛਾਂ ਦੇ ਦੇਗਾ, ਸਾਨੂੰ ਫਲ ਦੇ ਦੇਗਾ, ਵੀ ਅਸੀਂ ਇਹਦੇ ਉੱਤੇ ਕੋਈ ਕਹੇ ਮੈਂ ਸਹਾਰਾ ਬਣਾ ਕੇ ਆਪਣਾ ਆਸਰਾ ਬਣਾ ਕੇ ਬਹਿ ਜਾਵਾਂਗਾ ਅਤੇ ਨਦੀ ਦਾ ਵਹਾਅ ਤੇਜ਼ ਹੋ ਜਾਵੇ, ਉਹ ਥੱਲੋਂ ਸਾਰੀ ਮਿੱਟੀ ਕੱਢ ਕੇ ਲੈ ਜਾਵੇ, ਢਿੱਗਾਂ ਡਿੱਗ ਜਾਣ ਅਤੇ ਉਹ ਰੁੱਖੜਾ ਵੀ ਨਦੀ ਦੇ ਵਿੱਚ ਰੁੜ ਜਾਵੇ। ਉਹ ਜਿਹੜਾ ਆਪ ਡੁੱਬੂਗਾ ਦੂਜੇ ਨੂੰ ਵੀ ਡੁੱਬੂਗਾ। ਹੁਣ ਹਰੇਕ ਮਨੁੱਖ ਦਾ ਜੀਵਨ ਇਸ ਸੰਸਾਰ ਰੂਪੀ ਨਦੀ ਦੇ ਕਿਨਾਰੇ ਉੱਤੇ ਖੜ੍ਹੇ ਰੁੱਖ ਵਾਂਗੂ ਹੈ, ਪਤਾ ਨਹੀਂ ਕਿਹੜਾ ਕਿੱਥੇ ਡਿੱਗ ਜਾਵੇਗਾ। ਫਿਰ ਸਹਾਰਾ ਉਹ ਕਿਉਂ ਬਣਾਉਣਾ ਜਿਹੜਾ ਡਿੱਗ ਹੀ ਪਵੇਗਾ। ਨਦੀ ਕਿਨਾਰੇ ਰੁੱਖੜਾ ਵਿਸਾਹ ਨਾ ਕੀਐ, ਮਿਰਤਕ ਨਾਲ ਵਿਆਹੀਐ ਸੁਹਾਗਣਾ ਥੀਐ। ਹੁਣ ਕੋਈ ਇਹ ਕਹੇ ਵੀ ਆਪਣੀ ਬੱਚੀ ਦਾ ਮੈਂ ਵਿਆਹ ਇੱਕ ਮੁਰਦੇ ਦੇ ਨਾਲ ਕਰਨਾ, ਉਹ ਸੁਹਾਗ ਦੀ ਕੀ ਨਿਸ਼ਾਨੀ ਹੈ? ਫਿਰ ਉਹ ਸੁਹਾਗਣ ਥੋੜ੍ਹੀ ਹੈ। ਉਹ ਤਾਂ ਫਿਰ ਜ਼ਿੰਦਗੀ ਦੇ ਵਿੱਚ ਆਪਣੇ ਜਿਹੜਾ ਇਹ ਵੀ ਮੁਰਦੇ ਨਾਲ ਵਿਆਹੁਣ ਦਾ ਅਰਥ ਤਾਂ ਇਹੀ ਹੈ ਨਾ ਵੀ ਰੰਡੇਪਾ ਕੱਟਣਾ, ਵੀ ਨਾ ਪੇਕੇ ਘਰ ਨਾ ਸਹੁਰੇ ਘਰ। ਅਤੇ ਫਿਰ ਲੋਕਾਂ ਦੇ ਤਾਨੇ ਮਿਹਣੇ, ਜਲੀਲਤਾ। ਕਹਿੰਦੇ ਇਸ ਕਰਕੇ ਵੀ ਸੁਹਾਗਣ ਉਹ ਹੈ ਜਿਹਦਾ ਪਤੀ ਸੁਹਾਗ ਜਿੰਦਾ ਹੋਵੇ, ਉਹਨੂੰ ਸੁਹਾਗਣ ਕਿਹਾ ਜਾਂਦਾ। ਅਤੇ ਜਿਹਦਾ ਪਤੀ ਮਰੀ ਗਿਆ ਉਹਨੂੰ ਰੰਡੇਪਾ ਕੱਟਣਾ ਪੈਂਦਾ ਹੈ, ਆਪਣੇ ਪਤੀ ਤੋਂ ਬਿਨਾਂ ਰਹਿਣਾ ਪੈਂਦਾ ਹੈ। ਫਿਰ ਵੱਡਿਆਂ ਦੇ ਦਬਾਅ ਦੇ ਵਿੱਚ ਵੀ ਰਹਿਣਾ ਪੈਂਦਾ ਹੈ। ਫਿਰ ਛੋਟਿਆਂ ਤੋਂ ਵੀ ਡਰਨਾ ਪੈਂਦਾ ਹੈ ਵੀ ਪਤਾ ਨਹੀਂ ਕੋਈ ਕਿੱਥੇ ਕੀ ਕਿਉਂਕਿ ਜਦੋਂ ਸਿਰ ਦਾ ਹੀ ਸਾਈਂ ਹੈ ਨਹੀਂ, ਫਿਰ ਦੂਜਾ ਕੀ ਪਤਾ ਕਿੱਥੇ ਕੌਣ ਕੀ ਬੋਲ ਜਾਵੇ। ਉਹਨੂੰ ਬਹੁਤ ਨਿਭ ਕੇ ਰਹਿਣਾ ਪੈਂਦਾ ਹੈ। ਉਹਦਾ ਜੀਵਨ ਬੜਾ ਦੁਖਿਆਰਾ ਹੋ ਜਾਂਦਾ ਹੈ ਕਿਉਂਕਿ ਉਹਨੂੰ ਹਰ ਇੱਕ ਦੇ ਅੱਗੇ ਹੱਥ ਅੱਡਣਾ ਪੈਂਦਾ ਵੀ ਜੇਠ ਅੱਗੇ ਵੀ, ਦਿਓਰ ਅੱਗੇ ਵੀ, ਸੱਸ ਸਹੁਰੇ ਅੱਗੇ ਵੀ ਮੈਨੂੰ ਦੇ ਦੇਵੋ ਕੁਝ, ਮੇਰੇ ਬੱਚਿਆਂ ਨੂੰ ਮੈਂ ਦੇਣਾ ਹੈ, ਕੱਪੜਾ ਦੇਣਾ ਜਾਂ ਕੁਝ ਹੋਰ। ਹੁਣ ਜੇ ਪਤੀ ਹੁੰਦਾ ਉਹਨੇ ਕਿਸੇ ਤੋਂ ਥੋੜ੍ਹੀ ਉਹ ਕਹਿਣਾ ਸੀਗਾ, ਉਹਨੇ ਆਪਣੇ ਪਤੀ ਅੱਗੇ ਇੱਛਾ ਰੱਖਣੀ ਸੀ, ਉਹਨੇ ਕੰਮ ਪੂਰੇ ਕਰਨੇ ਸੀ ਸਾਰੇ। ਹੁਣ ਕੋਈ ਮੁਰਦੇ ਨਾਲ ਵਿਆਹ ਕਰਨ ਤੇ ਸੁਹਾਗ ਨਹੀਂ ਹੁੰਦਾ। ਵਿਸ ਹਲਾਹਲ ਬੀਜ ਕੈ ਕਿਉਂ ਅਮਿਓ ਲਹੀਐ। ਹੁਣ ਕੋਈ ਖੇਤ ਦੇ ਵਿੱਚ ਆਪਣੇ ਜ਼ਹਿਰ ਦਾ ਬੀਜ ਬੀਜ ਲਵੇ ਅਤੇ ਉਹ ਜ਼ਹਿਰ ਦਾ ਬੀਜ ਬੀਜ ਕੇ ਕਹੇ ਵੀ ਮੈਨੂੰ ਅੰਮ੍ਰਿਤ ਚਾਹੀਦਾ ਹੈ। ਹੁਣ ਬੀਜ ਬੀਜਿਆ ਅੰਮ੍ਰਿਤ ਜ਼ਹਿਰ ਦਾ, ਅਤੇ ਅੰਮ੍ਰਿਤ ਕਿਵੇਂ ਲੱਗੇਗਾ ਉਹਨੂੰ? ਜ਼ਿੰਦਗੀ ਰੂਪੀ ਇਸ ਸਰੀਰ 'ਤੇ ਜ਼ਮੀਨ ਦੇ ਤਲ ਉੱਤੇ ਬੀਜੀਆਂ ਬੁਰਾਈਆਂ, ਫਿਰ ਉਹਨੂੰ ਚੰਗਾ ਫਲ ਕਿਵੇਂ ਲੱਗੇਗਾ? ਉਹ ਤਾਂ ਫਲ ਮਾੜਾ ਹੀ ਲੱਗੇਗਾ ਨਾ, ਬੁਰੇ ਕੰਮ ਦਾ ਬੁਰਾ ਨਤੀਜਾ। ਪਰ ਮਨੁੱਖ ਕਰਦਾ ਕੀ ਹੈ? ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮ ਨੂੰ ਤਾਂ ਭੱਜ ਕੇ ਉੱਠ ਖੜਿਆ। ਬੁਰਿਆਈ ਹੋਏ ਸ਼ੇਰ, ਸਤਿਗੁਰੂ ਕਹਿੰਦੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਕਹਿੰਦੇ ਬੁਰੇ ਕੰਮ ਨੂੰ ਤਾਂ ਸ਼ੇਰ ਬਣ ਜਾਂਦਾ ਜਦੋਂ ਚੰਗਾ ਕੰਮ ਕਰਨਾ ਹੁੰਦਾ। ਨਹੀਂ ਇਹ ਹੋਣਾ ਨਹੀਂ, ਕੀਤਾ ਨਹੀਂ ਜਾਣਾ। ਕਿਸੇ ਦੀ ਸਹਾਇਤਾ ਮਦਦ ਕਰਨੀ ਹੋਵੇ ਨਾ, ਉਦੋਂ ਮਨ ਆਲਸ ਕਰ ਲੈਂਦਾ। ਪਰ ਜਦੋਂ ਕੋਈ ਨਸ਼ੇ ਵਿਸ਼ੇ ਵਿਕਾਰਾਂ ਵਾਲਾ ਗਲਤ ਕੰਮ ਕਰਨਾ ਹੋਵੇ ਉਦੋਂ ਭੱਜ ਕੇ ਖੜਾ ਹੋ ਜਾਂਦਾ ਵੀ ਹਾਂ ਇਹ ਕੰਮ ਕਰੀਏ ਜ਼ਰੂਰ। ਪਰ ਜਦੋਂ
ਕਿਸੇ ਦਾ ਸਹਾਰਾ ਬਣਨਾ ਹੁੰਦਾ, ਮਦਦਗਾਰ ਬਣਨਾ ਹੁੰਦਾ, ਉਦੋਂ ਸਾਡੇ ਅੰਦਰ 100 ਸਵਾਲ ਖੜਾ ਹੋ ਜਾਂਦਾ ਵੀ ਇਹਨੂੰ ਦੇਣੇ ਪੈਣਗੇ, ਇਹਨੂੰ ਕੀ ਲੋੜ ਪੈਗੀ, ਫਲਾਨਾ ਧਮਕਾ, ਕਿੱਥੇ ਜਾਵੇਗਾ ਪੈਸਾ, ਕਿਵੇਂ ਹੋ। ਇਹ ਨਹੀਂ ਦੇਖ, ਉਦੋਂ ਨਹੀਂ ਵੇਖਣਾ ਜਦੋਂ ਠੇਕੇ ਉੱਤੇ ਠੇਕੇ ਮੂਹਰ ਦੀ ਲੰਘਦਾ, ਉਦੋਂ ਭੱਜ ਕੇ ਠੇਕੇ 'ਤੇ ਖੜ ਜਾਂਦਾ ਵੀ ਨਾ ਅੱਜ ਤਾਂ 500 ਵਾਲੀ ਪੀਊ। ਉਦੋਂ ਨਹੀਂ ਨਾ ਪਤਾ ਲੱਗਦਾ, ਕਿਉਂਕਿ ਬੁਰਿਆਈ ਹੋਏ ਸ਼ੇਰ ਚੰਗਿਆਈ ਆਲਕ ਕਰੇ। ਚੰਗਿਆਈ ਵੇਲੇ ਤਾਂ ਆਲਕ ਆਲਸ ਆ ਜਾਂਦੀ ਹੈ ਇਹਦੇ ਵਿੱਚ, ਕਿਉਂਕਿ ਬੁਰਿਆਈਆਂ ਵਾਲੇ ਬੀਜ ਬੀਜ ਰਿਹਾ। ਅਤੇ ਹੁਣ ਜਿਹੜਾ ਬੁਰਿਆਈ ਦਾ ਬੀਜ ਬੀਜਿਆ, ਉਹਨੂੰ ਫਲ ਵੀ ਤੇ ਭਰਾਵੋ ਬੁਰਾ ਹੀ ਲੱਗੇਗਾ ਨਾ। ਉਹਨੂੰ ਚੰਗੇ ਦੀ ਆਸ ਕਿੱਥੋਂ ਰੱਖਦੇ ਹਾਂ ਆਪਾਂ ਵੀ ਉਹਨੂੰ ਚੰਗਾ ਕੁਛ ਲੱਗ ਜਾਵੇਗਾ? ਚੰਗਾ ਨਹੀਂ ਲੱਗਣਾ, ਉਹ ਬੁਰਾ ਹੀ ਹੈ। ਕੋਈ ਲੱਖ ਯਤਨ ਕਰੇ ਵੀ ਬਾਹਰੀ ਤੌਰ 'ਤੇ ਪੁਸ਼ਾਕ ਚੰਗੀ ਪਾ ਲਵੇ, ਬਾਹਰੀ ਤੌਰ 'ਤੇ ਬਹੁਤ ਵੇਖਣ ਨੂੰ ਲੱਗੇ ਵੀ ਇਹਦੇ ਵਰਗਾ ਤਾਂ ਕੋਈ ਧਰਮੀ ਨਹੀਂ, ਇਹਦੇ ਵਰਗਾ ਤਾਂ ਕੋਈ ਚੰਗੇ ਕਰਮਾਂ ਵਾਲਾ ਹੀ ਨਹੀਂ, ਇੰਨਾ ਇਹ ਸੇਵਾ ਕਰਦਾ, ਇੰਨਾ ਇਹ ਉਹ ਕਰਦਾ, ਇੰਨੀ ਸੇਵਾ। ਪਰ ਜਦੋਂ ਉਹਦੀਆਂ ਅੰਦਰਲੀਆਂ ਬੁਰਾਈਆਂ ਪ੍ਰਗਟ ਹੁੰਦੀਆਂ ਨੇ, ਫਿਰ ਉਦੋਂ ਉਹੀ ਬੰਦੇ ਨਫ਼ਰਤ ਕਰਦੇ ਆ ਵੀ ਸੋਚਿਆ ਹੀ ਨਹੀਂ ਸੀ ਵੀ ਇੰਨਾ ਵੀ ਬੁਰਾ ਹੋਊ ਇਹ ਅੰਦਰੋਂ। ਫਿਰ ਪਛਤਾਵਾ ਹੁੰਦਾ ਵੀ ਅਸੀਂ ਇਹਦਾ ਸੰਗ ਕਰਦੇ ਰਹੇ। ਅਤੇ ਸਤਿਗੁਰੂ ਕਹਿੰਦੇ ਸਾਕਤ ਸੰਗ ਨਾ ਕੀਜੀਐ। ਕਹਿੰਦੇ ਸਾਕਤ, ਜਿਹੜੇ ਸੱਚ ਦੇ ਨਾਲੋਂ ਟੁੱਟ ਜਾਂਦੇ ਨੇ, ਸੱਚੇ ਨਾਲੋਂ ਟੁੱਟ ਜਾਂਦੇ ਨੇ, ਰੱਬ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਨੂੰ ਕਹਿੰਦਾ ਸਾਕਤ। ਕਹਿੰਦੇ ਉਸ ਦਾ ਤਾਂ ਸੰਗ ਹੀ ਨਹੀਂ ਕਰਨਾ, ਦੂਰੋਂ ਹੋ ਜਾਈਏ ਭਾਗ, ਦੂਰੀ ਬਣਾ ਕੇ ਰੱਖ ਉਹਦੇ ਤੋਂ ਤਾਂ, ਕਿਉਂਕਿ ਉਹਨੇ ਤੇਰਾ ਜੀਵਨ ਖੁਸ਼ਹਾਲ ਨਹੀਂ ਕਰਨਾ, ਪਾਰ ਨਹੀਂ ਲੰਘਾਉਣਾ। ਬੇਮੁਖ ਸੇਤੀ ਪਿਰਹੜੀ ਜਮ ਡੰਡ ਸਹੀ ਹੈ। ਜਿਹੜਾ ਗੁਰੂ ਤੋਂ ਬੇਮੁਖ ਹੈ, ਉਹ ਬੇਮੁਖ ਦਾ ਜਿਹੜਾ ਸੰਗ ਹੈ, ਉਹ ਕਹਿੰਦੇ ਵੀ ਇਹ ਮੰਨ ਲਵੋ ਵੀ ਜਮਾਂ ਦਾ ਡੰਡ ਸਹਾਰਨਾ ਪੈਂਦਾ। ਜਨਮ ਅਤੇ ਮਰਨ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣੀ ਪੈਂਦੀ ਹੈ। ਜਿਹੜਾ ਗੁਨਾਹਾਂ ਦਾ ਭਰਿਆ ਹੋਇਆ ਏ, ਔਗੁਣਾਂ ਦਾ ਭਰਿਆ ਹੋਇਆ, ਜਿਹੜਾ ਬੁਰੇ ਕੰਮ ਕਰਦਾ, ਉਹਨਾਂ ਦਾ ਸੰਗ ਮਨੁੱਖ ਦੂਸਰੇ ਸਾਥੀ ਨੂੰ ਵੀ, ਬੇਸ਼ੱਕ ਉਹ ਬਿਲਕੁਲ ਕਦੇ ਉਹਨੇ ਮਾੜਾ ਕੰਮ ਨਾ ਕੀਤਾ ਹੋਵੇ, ਪਰ ਉਹਦਾ ਸਾਥ ਦੇਣਾ ਹੀ ਉਹਦੇ ਲਈ ਜ਼ਿੰਦਗੀ 'ਚ ਸਭ ਤੋਂ ਵੱਡਾ ਔਗਣ ਬਣ ਜਾਂਦਾ ਵੀ ਉਹ ਬੁਰਾਈਆਂ ਕੀਤੀਆਂ ਉਹਦੀਆਂ ਉਹਨੂੰ ਵੀ ਝੱਲਣੀਆਂ ਪੈ ਜਾਂਦੀਆਂ ਨੇ, ਉਹਨੂੰ ਵੀ ਸਜ਼ਾਵਾਂ ਕੱਟਣੀਆਂ ਪੈ ਜਾਂਦੀਆਂ ਨੇ, ਜੇਲ੍ਹ ਵਿੱਚ ਜਾਣਾ ਪੈ ਜਾਂਦਾ। ਫਿਰ ਆਏ ਨੂੰ ਲੋਕ ਵੀ ਛੇਤੀ ਮੂੰਹ ਨਹੀਂ ਲਾਉਂਦੇ ਵੀ ਇਹ ਉਹਦੇ ਨਾਲ ਰਹਿੰਦਾ ਸੀ, ਕਲੰਕ ਲੱਗ ਜਾਂਦਾ ਹੈ। ਬਾਅਦ ਵਿੱਚ ਜਿੰਨਾ ਮਰਜ਼ੀ ਲੱਖ ਸੁਧਰਨ ਦਾ ਯਤਨ ਕਰੇ ਕੋਈ ਵੀ ਮੈਂ ਸੁਧਰ ਗਿਆ, ਮੈਂ ਸਿਆਣਾ ਬਣ ਗਿਆ, ਫਿਰ ਛੇਤੀ ਕੋਈ ਉਹਦੇ 'ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹਰ ਉਸਕਾ ਵਿਸ਼ਵਾਸ ਨਾ ਹੋਵੇ। ਜਿਹਨੇ ਆਪਣੀ ਪ੍ਰਤੀਤ ਇੱਕ ਵਾਰੀ ਖੋ ਲਈ ਨਾ, ਆਪਣਾ ਵਿਸ਼ਵਾਸ ਤੋੜ ਲਿਆ, ਫਿਰ ਉਹਦੇ ਉੱਤੇ ਛੇਤੀ ਕੋਈ ਵਿਸ਼ਵਾਸ ਨਹੀਂ ਕਰਦਾ, ਫਿਰ ਕੋਈ ਵਿਸ਼ਵਾਸ ਨਹੀਂ ਕਰਦਾ, ਫਿਰ ਉਹਨੂੰ ਸ਼ੱਕ ਰਹਿੰਦਾ ਵੀ ਇਹ ਪਤਾ ਨਹੀਂ ਕਿੱਥੇ ਜਾ ਕੇ ਕੀ ਕੰਮ ਕਰ ਦੇਵੇ ਗਲਤ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਣ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਇਸ ਕਰਕੇ ਬੁਰਾਈਆਂ ਦੇ ਨੇੜੇ ਨਹੀਂ, ਅਸੀਂ ਬੁਰਾਈਆਂ ਤੋਂ ਦੂਰ ਰਹਿਣਾ, ਹਮੇਸ਼ਾ ਚੰਗਿਆਈਆਂ ਦੇ ਨੇੜੇ ਰਹਿਣਾ, ਚੰਗਿਆਂ ਦੇ ਨੇੜੇ ਰਹਿਣਾ, ਚੰਗਿਆਂ ਦੀ ਸੰਗਤ ਕਰਨੀ, ਕਿਉਂਕਿ ਚੰਗੇ ਹਮੇਸ਼ਾ ਦੂਸਰੇ ਨੂੰ ਵੀ ਚੰਗਾ ਬਣਾਉਣਗੇ। ਜਿਹਦਾ ਆਪਣਾ ਹੀ ਘਰ ਨਹੀਂ ਵਸਿਆ, ਉਹ ਦੂਜੇ ਦਾ ਘਰ ਵਸਿਆ ਵੀ ਉਜਾੜ ਦਿੰਦੇ ਨੇ। ਉਹਨੂੰ ਦੱਸ ਹੀ ਨਹੀਂ ਸਕਦਾ ਵੀ ਘਰ ਕਿਵੇਂ ਵਸਾਉਣਾ, ਕਿਵੇਂ ਰਹਿਣਾ ਘਰ ਦੇ ਵਿੱਚ, ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ, ਬੱਚਿਆਂ ਨਾਲ ਕੀ ਮੋਹ ਹੁੰਦਾ, ਮਾਂ ਬਾਪ ਨੂੰ ਕਿਵੇਂ ਸਤਿਕਾਰ ਦੇਣਾ। ਜਿਹਦਾ ਆਪਦਾ ਹੀ ਨਹੀਂ ਹੈ, ਉਹ ਦੂਜੇ ਨੂੰ ਕੀ ਸਿਖਾ ਦੇਵੇਗਾ। ਹੁਣ ਦੇਖੋ ਨਾ, ਸਾਡੇ ਸੰਸਾਰ ਦੀ ਹਾਲਤ ਹੀ ਇਹ ਆ ਵੀ ਅਸੀਂ ਉਹਨਾਂ ਵੱਲ ਨੂੰ ਜਾਂਦੇ ਹਾਂ ਜਿਨ੍ਹਾਂ ਨੂੰ ਨਾ ਤਾਂ ਗ੍ਰਸਤੀ ਦਾ ਪਤਾ, ਨਾ ਉਹਨਾਂ ਨੂੰ ਚੰਗਿਆਈਆਂ ਦਾ ਪਤਾ, ਨਾ ਉਹਨਾਂ ਨੂੰ ਧੀਆਂ ਪੁੱਤਰਾਂ ਦਾ ਕੋਈ ਪਤਾ। ਅਤੇ ਸੱਚ ਜਾਣਿਓ, ਹਕੀਕਤ ਹੈ ਵੀ ਸਾਡੇ ਨਾ ਸੰਸਾਰ ਦੇ ਲੋਕ ਜਿਹੜੇ ਨੇ ਵੀ ਬਹੁਤਾਤ ਹਾਲਾਤ ਇਹ ਬਣ ਜਾਂਦੇ ਨੇ ਵੀ ਜਦੋਂ ਕਦੇ ਕਿਸੇ ਦੇ ਘਰ ਕੋਈ ਔਲਾਦ ਨਾ ਹੋਵੇ 2-4 ਸਾਲ, ਫਿਰ ਔਲਾਦ ਮੰਗਣ ਦੇ ਲਈ, ਔਲਾਦ ਲੈਣ ਦੇ ਲਈ ਉਹਨਾਂ ਬਾਬਿਆਂ, ਚੇਲਿਆਂ, ਸਾਧਾਂ ਵੱਲ ਨੂੰ ਮੂੰਹ ਕਰ ਲਿਆ ਜਾਂਦਾ ਜਿਹੜੇ ਆਪ ਪਰਿਵਾਰ ਤੋਂ ਭਗੌੜੇ ਹੁੰਦੇ ਨੇ, ਜਿਹੜੇ ਆਪ ਆਪਣੇ ਮਾਂ-ਬਾਪ ਨੂੰ ਛੱਡ ਕੇ ਭੱਜੇ ਹੁੰਦੇ ਆ, ਚੰਗੇ ਪੁੱਤਰ ਨਹੀਂ ਬਣ ਪਾਏ। ਫਿਰ ਉਹ ਪੁੱਤ ਕਿੱਥੋਂ ਬਖਸ਼ ਦੇਣਗੇ?
ਸੋਚ ਕੇ ਵੇਖੋ ਨਾ। ਇੱਕ ਦਾਦੂ ਹੋਇਆ, ਉਸਨੇ ਬਿਆਨ ਕੀਤਾ, ਜਿਹੜੀ ਦਮਦਮਾ ਸਾਹਿਬ ਦੀ ਇੱਕ ਘਟਨਾ ਹੁੰਦੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ, ਵੀ ਦਾਦੂ ਦੀ ਸਮਾਧ ਬਣੀ ਹੋਈ ਸੀ। ਦਾਦੂ ਦੀ ਸਮਾਧ ਨੂੰ ਗੁਰੂ ਪਾਤਸ਼ਾਹ ਜੀ ਨੇ ਤੀਰ ਦੇ ਨਾਲ ਨਮਸਕਾਰ ਕਰ ਦਿੱਤੀ, ਜਿਵੇਂ ਫਤਿਹ ਬੁਲਾ ਦਿੱਤੀ। ਤੇ ਉੱਥੇ ਪਰ ਜਿਹੜੇ ਸਿੰਘ ਸੀ ਨਾਲ, ਉਹਨਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ, ਆਪ ਤੁਸੀਂ ਸਾਨੂੰ ਬਾਣੀ ਦੇ ਰਾਹੀਂ ਸਿਖਾਇਆ ਪੜ੍ਹਾਇਆ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਮੜੀ ਮਸਾਣੀ ਮੂੜੇ ਏਵੇਂ ਜੋਗ ਨਾਹੀ। ਵੀ ਇਹ ਤਾਂ ਕਿਸੇ ਯੋਗ ਹੀ ਨਹੀਂ, ਇਹਦੇ ਨਾਲ ਤਾਂ ਜੁੜਨਾ ਹੀ ਨਹੀਂ, ਦੁਬਦਾ ਦੇ ਵਿੱਚ ਨਹੀਂ ਪੈਣਾ, ਮੜੀ ਮਸਾਣ ਨੂੰ ਪੂਜਣਾ ਮੰਨਣਾ ਨਹੀਂ, ਹਰੀ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਡਾ ਸਹਾਰਾ ਨਹੀਂ। ਪਰ ਤੁਸੀਂ ਇਹ ਹੁਣ ਕੀ ਸਮਝ ਗਏ ਅਸੀਂ? ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਠੀਕ ਹੈ, ਦੱਸੋ ਕੀ ਕੀਤਾ ਜਾਵੇ। ਉਹ ਕਹਿੰਦੇ ਜਿਵੇਂ ਦੂਸਰਿਆਂ ਨੂੰ ਕੋਈ ਭੁੱਲ ਹੋਣ ਦੇ ਉੱਤੇ ਤੁਸੀਂ ਪੰਜਾਂ ਦੇ ਹੁਕਮ ਦੇ ਵਿੱਚ, ਆਦੇਸ਼ ਦੇ ਵਿੱਚ ਉਹਨਾਂ ਨੂੰ ਤਨਖਾਹ ਬਖਸ਼ਦੇ ਹੋ ਵੀ ਆਹ ਸੇਵਾ ਕਰਨੀ ਹੈ, ਆਹ ਇੱਦਾਂ ਕਰਨਾ, ਭੁੱਲ ਬਖਸ਼ਾਉਣ ਦੇ ਲਈ। ਕਹਿੰਦੇ ਹੁਣ ਇਹ ਬਸ ਇਹ ਵੀ ਤੁਹਾਡੀ ਭੁੱਲ ਹੈ ਸਾਡੀ ਨਜ਼ਰ ਵਿੱਚ ਤਾਂ, ਕਿਉਂਕਿ ਜੋ ਗੁਰੂ ਨੇ ਕਿਹਾ ਸਿੱਖਾਂ ਨੇ ਤਾਂ ਉਹੀ ਕਮਾਉਣਾ ਨਾ। ਤੇ ਸਤਿਗੁਰੂ ਕਹਿੰਦੇ ਠੀਕ ਹੈ। ਤੇ ਉੱਥੇ ਫਿਰ ਕਹਿੰਦੇ ਗੁਰੂ ਪਾਤਸ਼ਾਹ ਜੀ ਵੱਲੋਂ ਕੜਾਹ ਪ੍ਰਸ਼ਾਦ ਬਣਾ ਕੇ ਸਾਰੀ ਸੰਗਤ ਨੂੰ, ਸਿੱਖ ਸੰਗਤ ਨੂੰ ਛਕਾਇਆ ਗਿਆ ਸੀ। ਉਸੇ ਦਾਦੂ ਦੀ ਇੱਕ ਲਿਖਤ ਹੈ, ਦੇਖੋ ਜੀ। ਹੁਣ ਪਤਾ ਕੀ ਹੁੰਦਾ, ਜਿਹਦੇ ਸੱਚ ਨੂੰ, ਗਿਆਨ ਨੂੰ ਦੱਬਣਾ ਹੋਵੇ, ਲੁਕਾਉਣਾ ਹੋਵੇ, ਉਹਨੂੰ ਦੂਜੇ ਲੋਕ ਨੇ ਜਿਹੜੇ, ਉਹ ਜਾਂ ਤਾਂ ਫੋਟੋ ਦੇ ਪੁਜਾਰੀ ਬਣਾ ਕੇ ਪੂਜਣ ਲਾ ਦਿੰਦੇ ਨੇ ਵੀ ਉਹਦੀ ਬਾਣੀ ਗਿਆਨ ਤੱਕ ਨਾ ਪਹੁੰਚ ਸਕੇ, ਸਿਰਫ ਫੋਟੋਆਂ ਤੱਕ ਖੜ ਜਾਵੇ, ਜਾਂ ਕਬਰਾਂ ਸਮਾਧਾਂ ਤੱਕ ਲੈ ਜਾਂਦੇ ਨੇ। ਹੁਣ ਦਾਦੂ ਕਹਿੰਦਾ, ਦਾਦੂ ਦੁਨੀਆ ਬਾਵਰੀ ਮੜੀਆਂ ਪੂਜਣ ਊਤ। ਕਹਿੰਦੇ ਇਹ ਦਾਦੂ, ਇਹ ਦੁਨੀਆ ਬੌਰੀ ਹੈ, ਪਾਗਲ ਹੈ। ਮੜੀਆਂ ਪੂਜਣ ਊਤ, ਮਰਿਆਂ ਦੀਆਂ ਮੜੀਆਂ ਨੂੰ ਊਤ ਪੂਜਦੇ ਨੇ, ਜਿਹਦਾ ਕੋਈ ਅੱਗਾ ਪਿੱਛਾ ਨਹੀਂ, ਜਿਹਨੂੰ ਕੋਈ ਵੀ ਚੰਗੇ ਮਾੜੇ ਦਾ ਫਰਕ ਨਹੀਂ। ਕਹਿੰਦੇ ਜੋ ਜਹਾਨੋਂ ਲੱਥ ਗਏ ਸੋ ਕਿਉਂ ਬਖਸ਼ਣ ਪੂਤ। ਜਿਹੜੇ ਆਪ ਹੀ ਇਸ ਸੰਸਾਰ ਤੋਂ ਚਲੇ ਗਏ, ਮਰ ਗਏ, ਉਹ ਮਰੇ ਹੋਏ ਕਿਸੇ ਨੂੰ ਕੀ ਪੁੱਤ ਦੇ ਸਕਦੇ ਆ? ਉਹ ਕੀ ਕਿਸੇ ਨੂੰ ਕੁਝ ਦੇ ਸਕਦੇ ਆ? ਜਿਹੜੇ ਆਪ ਹੀ ਇਸ ਸੰਸਾਰ ਤੋਂ ਚਲੇ ਗਏ, ਉਹ ਕਿਸੇ ਨੂੰ ਕੁਝ ਨਹੀਂ ਦੇ ਸਕਦੇ। ਪਰ ਦੁਨੀਆਦਾਰੀ ਦਾ ਇਹ ਖਿਆਲ ਰਹਿੰਦਾ ਵੀ ਸ਼ਾਇਦ ਇੱਥੇ ਸਾਨੂੰ ਗਿਆਂ ਬਹੁਤ ਕੁਝ ਮਿਲ ਜਾਵੇਗਾ, ਵੀ ਸ਼ਾਇਦ ਇਸ ਤਰੀਕਿਆਂ ਨਾਲ ਸਾਨੂੰ ਜ਼ਿਆਦਾ ਕੁਝ ਮਿਲ। ਹੁਣ ਦੇਖੋ ਨਾ, ਭਗਤ ਰਵਿਦਾਸ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਵਿੱਚ ਵਾਰ-ਵਾਰ ਗੱਲ, ਉਹਨਾਂ ਦੇ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ, ਉਹਨਾਂ ਦੇ 40 ਸ਼ਬਦਾਂ ਤੁਸੀਂ ਪਾਠ ਕਰ ਲਓ, ਬਾਣੀ ਪੜ੍ਹ ਲਵੋ ਉਹਨਾਂ ਦੀ। ਤੁਹਾਨੂੰ ਕਿਤੇ ਵੀ ਬਾਣੀ ਦੇ ਵਿੱਚ ਇਹ ਨਹੀਂ ਮਿਲੇਗਾ ਵੀ ਕਿਤੇ ਭਗਤ ਰਵਿਦਾਸ ਜੀ ਨੇ ਇਹ ਗੱਲ ਕਹੀ ਹੋਵੇ ਵੀ ਤੁਸੀਂ ਮੇਰੀ ਪੂਜਾ ਕਰਨੀ ਹੈ, ਜਾਂ ਤੁਸੀਂ ਕਿਸੇ ਹੋਰ ਚੀਜ਼ ਦੀ ਪੂਜਾ ਕਰਨੀ ਹੈ, ਜਾਂ ਕਿਸੇ ਚੀਜ਼ਾਂ ਦੇ ਦੁਆਰਾ ਪੂਜਾ ਕਰਨੀ ਹੈ। ਕਿਉਂਕਿ ਉਹ ਤਾਂ ਗੱਲ ਹੀ ਸਭ ਤੋਂ ਪਹਿਲਾਂ ਸਮਝਾ ਦਿੱਤੀ, ਦੂਤ ਤਾਂ ਬਸਰੇ ਥਨੋਂ ਬਟਾਰਿਓ, ਫੂਲ ਭਵਰ ਜਲ ਮੀਨ ਵਗਾਰਿਓ। ਉਹ ਤਾਂ ਗੱਲ ਹੀ ਪਹਿਲਾਂ ਸਮਝਾ ਦਿੱਤੀ ਵੀ ਇਹਨਾਂ ਚੀਜ਼ਾਂ ਦੇ ਨਾਲ ਮਾਲਕ ਪਰਮਾਤਮਾ ਦੀ ਆਰਾਧਨਾ ਹੋ ਹੀ ਨਹੀਂ ਸਕਦੀ, ਪੂਜਾ ਹੀ ਨਹੀਂ, ਪਰਮਾਤਮਾ ਦੀ ਪੂਜਾ ਹੀ ਨਹੀਂ ਹੋ ਸਕਦੀ ਵਸਤੂਆਂ ਪਦਾਰਥਾਂ ਦੇ ਨਾਲ। ਉਹ ਤਾਂ ਮਨ ਦੇ ਤਲ ਉੱਤੇ ਮਨ ਨੂੰ ਸਾਫ਼ ਕਰਕੇ ਮਨ ਦੇ ਦੁਆਰਾ ਪੂਜਾ ਹੋ ਸਕਦੀ ਹੈ। ਇੱਥੇ ਤਾਂ ਜਿਹੜੀ ਜੋਤ ਹੈ ਨਾ ਅੰਦਰ ਮਨ ਦੇ ਵਿੱਚ ਜਗਾਉਣੀ ਪੈਣੀ ਹੈ, ਉਸ ਜੋਤ ਦੇ ਨਾਲ ਹੀ ਉਸ ਪਰਮਾਤਮਾ ਦੀ ਆਰਤੀ ਹੋਣੀ ਹੈ। ਪਰ ਇਹ ਦੂਜੀਆਂ ਆਰਤੀਆਂ ਦੀਵੇ ਘਮਾਏ ਜਾ ਰਹੇ ਨੇ ਵੀ ਸ਼ਾਇਦ ਉਹਦੇ ਨਾਲ ਰੱਬ ਖੁਸ਼ ਹੋ ਜਾਵੇਗਾ, ਨਹੀਂ ਹੋਣਾ। ਉਹ ਤਾਂ ਦੇਖੋ ਨਾ ਕਿੱਡਾ ਵੱਡਾ ਗਿਆਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸੋਲ੍ਹਾ ਸਾਹਿਬ ਬਾਣੀ ਵਿੱਚ ਬਖਸ਼ਿਆ ਹੈ। ਗਗਨ ਮੈਂ ਥਾਲ, ਕਹਿੰਦੇ ਆ ਤੁਸੀਂ ਜਗਨਨਾਥ ਪੁਰੀ ਦੇ ਮੰਦਿਰ ਦੇ ਵਿੱਚ ਇਹੀ ਆਰਤੀ ਹੁੰਦੀ ਸੀ ਨਾ ਜਦੋਂ ਗੁਰੂ ਨਾਨਕ ਸਾਹਿਬ ਨੇ ਜਾ ਕੇ ਰੋਕਿਆ ਸੀ। ਉਹ ਥਾਲ ਦੇ ਵਿੱਚ ਦੀਵੇ ਰੱਖ ਕੇ ਇੱਕ ਮੂਰਤੀ ਨੂੰ ਪੂਜਾ ਕਰ ਰਹੇ ਨੇ, ਮੂੰਹ ਦੇ ਦੁਆਲੇ ਘੁਮਾ ਰਹੇ ਨੇ, ਸੱਜੇ ਖੱਬੇ ਘੁਮਾ ਰਹੇ ਨੇ, ਧੁੰਨੀ ਦੇ ਦੁਆਲੇ, ਪੈਰਾਂ ਦੇ ਦੁਆਲੇ ਉਹਦੀ ਆਰਤੀ ਕਰ ਰਹੇ ਨੇ। ਇੱਕ ਵੱਡੀ ਮੂਰਤੀ ਲਾਈ ਹੋਈ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਆਰਤੀ ਤੁਸੀਂ ਕੀ ਕਰ ਰਹੇ? ਕਹਿੰਦੇ ਜਗਨਨਾਥ ਹੈ, ਇਹ ਜਗਤ ਦਾ ਨਾਥ ਹੈ, ਵੀ ਅਸੀਂ ਪੂਜਾ ਉਹਦੀ ਆਰਤੀ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਪਾਗਲ ਹੋਏ ਹੋ ਤੁਸੀਂ,
ਜਿਹਨੇ ਇਸ ਸੰਸਾਰ ਨੂੰ ਬਣਾਇਆ, ਇਸ ਸੰਸਾਰ ਦੇ ਵਿੱਚ ਵਸਤੂਆਂ ਪੈਦਾ ਕੀਤੀਆਂ, ਤੁਸੀਂ ਉਹਨਾਂ ਵਸਤੂਆਂ ਦੇ ਵਿੱਚੋਂ ਵਸਤੂਆਂ ਬਣਾ ਕੇ ਉਹਦੀ ਪੂਜਾ ਕਰ ਰਹੇ ਹੋ। ਇਹ ਕਿਵੇਂ ਹੋ ਸਕਦਾ? ਕਿਸੇ ਨੇ ਸਾਨੂੰ ਪੈਸੇ ਦੇ ਦਿੱਤੇ ਤੇ ਅਸੀਂ ਉਹਨਾਂ ਪੈਸਿਆਂ ਵਿੱਚੋਂ ਹੀ ਕੁਝ ਪੈਸੇ ਉਹਨੂੰ ਦਈਏ, ਫਿਰ ਇਹ ਕੀ ਹੋਇਆ? ਕਿਸੇ ਨੇ ਸਾਨੂੰ ਮੰਨ ਲਵੋ ਵੀ ਕੁਝ ਦੇ ਦਿੱਤਾ, ਸਮਾਨ ਗਿਫਟ ਦੇ ਦਿੱਤਾ, ਅਸੀਂ ਉਹੀ ਗਿਫਟ ਚੱਕ ਕੇ ਉਹਨੂੰ ਵਾਪਸ ਕਰੀਏ, ਇਹ ਕੀ ਰੀਤ ਹੋਈ? ਇਹ ਤਾਂ ਕੋਈ ਸਤਿਕਾਰ ਵਾਲੀ ਗੱਲ ਨਾ ਹੋਈ ਵੀ ਉਹੀ ਗਿਫਟ ਸਾਨੂੰ ਮੋੜਤਾ। ਵਿਆਹ ਸ਼ਾਦੀਆਂ 'ਚ ਇੱਦਾਂ ਹੀ ਹੁੰਦਾ ਵੀ ਚੱਲ ਇੱਧਰੋਂ ਆਏ ਸੂਟ ਉੱਧਰ ਨੂੰ ਵੰਡ ਦਿਓ, ਉੱਧਰ ਵਾਲੇ ਉੱਧਰ ਵੰਡ ਦਿਓ, ਇੱਦਾਂ ਹੀ ਹੁੰਦਾ ਨਾ, ਕਿਉਂਕਿ ਰੱਖਦਾ ਤਾਂ ਕੋਈ ਹੁੰਦਾ ਹੀ ਨਹੀਂ ਗਾ। ਪਰ ਉੱਥੇ ਫਿਰ ਕਿਸੇ ਨਾ ਕਿਸੇ ਦੇ ਇਤਰਾਜ਼ ਵੀ, ਲੈ ਇਹ ਤਾਂ ਫਲਾਨੀ ਲੈ ਕੇ ਆਈ ਸੀ ਮੈਨੂੰ ਦੇਤਾ, ਉਹ ਭੂਆ ਛੋਟੀ ਕਹਿੰਦੀ ਇਹ ਵੱਡੀ ਲੈ ਕੇ ਆਈ ਸੀ ਸਾਨੂੰ ਹੀ ਦੇਤੇ, ਉਹਦੇ ਵਾਲੇ ਉਹਨਾਂ ਨੂੰ ਦੇ। ਸੋ ਖੈਰ, ਭਾਵ ਕਿ ਇਹ ਜਿਹੜਾ ਦੁਨਿਆਵੀ ਸੰਸਾਰ ਦੇ ਵਿੱਚ ਤਾਂ ਅਦਲ ਬਦਲ ਚੱਲ ਸਕਦਾ ਹੈ, ਪਰ ਉਹ ਪਰਮਾਤਮਾ ਦੇ ਨਾਲ ਥੋੜ੍ਹੀ। ਹੁਣ ਉਹ ਪਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ, ਅਸੀਂ ਉਹਦੇ ਵਿੱਚੋਂ ਕੀ ਦੇ ਕੇ ਪਰਮਾਤਮਾ 'ਤੇ ਅਹਿਸਾਨ ਕਰ ਰਹੇ ਹਾਂ? ਉਹਨੂੰ ਤਾਂ ਕੁਝ ਚਾਹੀਦਾ ਹੀ ਨਹੀਂ, ਉਹਦੇ ਉੱਤੇ ਅਹਿਸਾਨ ਨਹੀਂ ਕੀਤਾ ਜਾ ਸਕਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਦੇਖੋ, ਉਸ ਪਰਮਾਤਮਾ ਦੀ ਤਾਂ ਆਰਤੀ ਪਰਮਾਤਮਾ ਨੇ ਕੁਦਰਤ ਦੇ ਦੁਆਰਾ ਆਪ ਹੀ ਕੀਤੀ ਹੋਈ ਹੈ। ਕਹਿੰਦੇ ਗਗਨ ਮੈਂ ਥਾਲ, ਇਹ ਸੰਸਾਰ ਦੇ ਵਿੱਚ ਅਸਮਾਨ ਰੂਪੀ ਜਿਹੜਾ ਥਾਲ ਹੈ ਨਾ, ਵੱਡਾ ਇੱਕ ਥਾਲ ਹੈ ਅਸਮਾਨ ਰੂਪੀ, ਐਡਾ ਥਾਲ ਕੋਈ ਹੋ ਸਕਦਾ? ਦੇਖੋ ਗੁਰੂ ਨਾਨਕ ਸਾਹਿਬ ਦੀ ਵਿਸ਼ਾਲਤਾ ਕਿੱਡੀ ਹੈ। ਕਹਿੰਦੇ ਇਹ ਅਸਮਾਨ ਰੂਪੀ ਥਾਲ ਪਰਮਾਤਮਾ ਨੇ ਆਪ ਸਜਾਇਆ ਹੋਇਆ, ਤੇ ਚੰਦ ਤੇ ਸੂਰਜ ਦੇ ਵਿੱਚ ਦੀਵੇ ਰੱਖੇ ਹੋਏ ਨੇ, ਤਾਰਕਾ ਮੰਡਲ ਜਨਕ ਮੋਤੀ, ਤਾਰੇ ਨੇ ਜਿਹੜੇ, ਇਹ ਮੰਨ ਲਓ ਵੀ ਇਸ ਥਾਲ ਦੇ ਵਿੱਚ ਸੁੱਚੇ ਮੋਤੀ ਰੱਖੇ ਹੋਏ ਨੇ, ਤੇ ਧੂਪ ਮਲ ਆਣ ਲਓ, ਪਰਬਤ ਨੇ ਜਿਹੜੇ ਚੰਦਨ ਦੇ, ਪਹਾੜਾਂ ਦੇ, ਫੁੱਲਾਂ ਦੇ, ਉਹਨਾਂ ਵਿੱਚੋਂ ਆਉਂਦੀ ਖੁਸ਼ਬੂ ਹੈ ਜਿਹੜੀ, ਮੰਨ ਲਓ ਧੂਫ ਚੱਲ ਰਹੀ ਹੈ। ਹੁਣ ਅਸੀਂ ਇੱਕ ਡੱਕਾ ਧੂਫ ਦਾ ਲਾ ਕੇ ਅਸੀਂ ਕੀ ਸਿੱਧ ਕਰਦੇ ਹਾਂ? ਚਲੋ ਉਹ ਠੀਕ ਹੈ ਵੀ ਸਾਡੇ ਇਸ ਵਾਤਾਵਰਨ ਦੇ ਵਿੱਚ ਗੰਦਗੀ ਬਦਬੂ ਨਾ ਹੋਵੇ, ਉਹਦੇ ਲਈ ਸੈਂਟ ਪਰਫਿਊਮ ਵਰਤੇ ਜਾਂਦੇ ਨੇ, ਧੂਫ ਗੁੱਗਲ ਲਾਈ ਜਾਂਦੀ ਜਾਂ ਕੁਝ ਹੋਰ, ਵੀ ਜਿਹੜਾ ਵਾਤਾਵਰਨ ਹੈ ਨਾ, ਇੱਥੇ ਬੈਠਣ ਵਾਲਾ ਇਹ ਮਹਿਸੂਸ ਨਾ ਕਰੇ ਵੀ ਮੈਂ ਕਿਸੇ ਗੰਦੀ ਜਗ੍ਹਾ 'ਤੇ ਬੈਠਾ, ਵੀ ਇਹ ਇੱਥੇ ਕੁਝ ਗੰਦਾ ਹੈ। ਉਹਦਾ ਅਰਥ ਹੈ ਵੀ ਸਾਫ਼ ਸੁਥਰਾ ਰੱਖਣਾ, ਉਸ ਪੱਖ ਤੋਂ ਤਾਂ ਸਹੀ ਹੈ। ਪਰ ਹੁਣ ਕੋਈ ਕਹੇ ਵੀ ਸ਼ਾਇਦ ਧੂਫ ਲਾ ਕੇ ਮੈਂ ਧਰਮ ਕਰਮ ਕਰ ਸਕਦਾ, ਕਹਿੰਦੇ ਨਹੀਂ, ਗੁਰੂ ਪਾਤਸ਼ਾਹ ਜੀ ਨੇ ਉੱਥੇ ਲੱਗੀਆਂ ਧੂਫਾਂ ਦਾ ਖੰਡਨ ਕੀਤਾ, ਤੇ ਹੁਣ ਅਸੀਂ ਇੱਥੇ ਕੀ ਸਾਬਤ ਕਰਨਾ ਚਾਹੁੰਦੇ ਹਾਂ? ਇਹਦਾ ਮਤਲਬ ਕਿ ਅਸੀਂ ਗੁਰੂ ਨੂੰ ਚੈਲੰਜ ਕਰ ਰਹੇ ਹਾਂ ਵੀ ਇਹ ਤੈਥੋਂ ਨਹੀਂ ਰੁਕੇ, ਵੀ ਤੂੰ ਸਾਨੂੰ ਰੋਕ ਕੇ ਦਿਖਾ। ਉਹਨਾਂ ਨੂੰ ਤਾਂ ਰੋਕਤਾ ਸੀ ਮੰਦਿਰ ਦੇ ਵਿੱਚ, ਪਰ ਸਾਨੂੰ ਰੋਕ ਕੇ ਦਿਖਾ। ਅਸੀਂ ਚੈਲੰਜ ਹੀ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਨੂੰ, ਹੋਰ ਕੀ ਹੈ? ਅਸੀਂ ਸਾਬਤ ਕੀ ਕਰਨਾ ਚਾਹੁੰਦੇ ਹਾਂ? ਅਸੀਂ ਸਿੱਖਣਾ ਸੀ ਗੁਰੂ ਦੇ ਦਰ ਤੋਂ, ਪਰ ਅਸੀਂ ਗੁਰੂ ਨੂੰ ਸਿਖਾਉਣ ਲੱਗ ਪਏ ਵੀ ਨਹੀਂ ਬਾਬਾ ਨਾਨਕ ਤੈਨੂੰ ਤਾਂ ਪਤਾ ਹੀ ਨਹੀਂ ਸੀ, ਤੈਥੋਂ ਵੱਡੇ ਸਿਆਣੇ ਤਾਂ ਅਸੀਂ ਜੰਮ ਪਏ, ਸਾਨੂੰ ਪਤਾ ਅਸੀਂ ਕਿਵੇਂ ਕਰਨਾ। ਇਹੀ ਹੈ ਨਾ, ਸਾਡਾ ਤਾਂ ਖਿਆਲ ਹੀ ਇਹ ਬਣਿਆ ਪਿਆ ਵੀ ਬਾਬੇ ਨਾਨਕ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਲੈ ਪਾਠ ਐਂ ਵੀ ਕਰਨਾ ਹੁੰਦਾ, ਇਹ ਤਾਂ ਸਾਨੂੰ ਪਤਾ ਵੀ ਕਿਵੇਂ ਕਰਨਾ। ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਤਾਂ ਤੱਤੀਆਂ ਤਵੀਆਂ 'ਤੇ ਬਹਿ ਕੇ ਆਪਣਾ ਸਰੀਰ ਮਚਾ ਕੇ ਚਲੇ ਗਏ, ਤੁਹਾਨੂੰ ਕੀ ਪਤਾ ਸੀ ਬਾਣੀ ਲਿਖਣ ਦਾ, ਬਾਣੀ ਕਿਵੇਂ ਲਿਖਣੀ ਆ? ਅਸੀਂ ਦੱਸਾਂਗੇ ਤੁਹਾਨੂੰ ਵੀ ਬਾਣੀ ਕਿਵੇਂ, ਲੋਕਾਂ ਨੂੰ ਵੀ ਬਾਣੀ ਐਂ ਪੜ੍ਹਨੀ ਆ, ਵੀ ਉੱਥੋਂ ਚੱਕ ਕੇ ਸ਼ਬਦ ਉੱਧਰ ਵੀ ਕਰਨਾ, ਉੱਥੋਂ ਚੱਕ ਕੇ ਉੱਧਰ ਵੀ ਕਰਨਾ। ਅਸੀਂ ਦੱਸਾਂਗੇ ਨਾ ਤੋੜ ਮਰੋੜ ਕਿਵੇਂ ਕਰਨੀ ਆ, ਤੁਹਾਡੇ ਤੋਂ ਤਾਂ ਹੋਈ ਨਹੀਂ। ਸਾਡੇ ਹਾਲਾਤ ਕੀ ਨੇ? ਅਸੀਂ ਪਰਮਾਤਮਾ ਤੋਂ ਜੁੜੇ ਕਿੱਥੇ ਆ? ਟੁੱਟੇ ਹੋਏ ਆ, ਕਿਉਂਕਿ ਅਸੀਂ ਉਸ ਗੁਰੂ ਪਾਤਸ਼ਾਹ ਜੀ ਨੂੰ ਖੁਦ ਆਪ ਚੈਲੰਜ ਕਰ ਰਹੇ ਹਾਂ, ਜਿਹੜੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮੱਤ ਤੇ ਗਿਆਨ ਬਖਸ਼ਣਾ ਸੀ। ਫਿਰ ਸਾਡਾ ਭਲਾ ਤਾਂ ਹੀ ਨਹੀਂ ਹੁੰਦਾ ਭਰਾਵੋ। ਹਾਲਾਤ ਸਾਡੇ ਮਾੜੇ ਨੇ, ਸਾਡੀ ਸੋਚ ਗਲਤ ਹੈ, ਸਾਡੀ ਸੋਚ ਦੇ ਵਿੱਚ ਸਿਰਫ ਵਾਸ਼ਨਾਵਾਂ ਨੇ, ਇਸ ਧਰਤੀ ਦੇ ਪਦਾਰਥਾਂ ਦੀ ਖਿੱਚ ਹੈ, ਸਾਡੇ ਅੰਦਰ ਹੋਰ ਕੁਛ ਨਹੀਂ। ਅਸੀਂ ਸਿਰਫ ਤੇ ਸਿਰਫ ਸਾਡਾ ਮਨ ਇਹ ਚਾਹੁੰਦਾ ਵੀ ਅਸੀਂ ਜਿੱਥੇ ਵੀ ਜਾਈਏ ਉੱਥੇ ਮੰਗੀਏ ਕੀ, ਵੀ ਸਾਨੂੰ ਦੁਨਿਆਵੀ ਚੀਜ਼ਾਂ, ਵਸਤਾਂ, ਪਦਾਰਥ, ਸੁੱਖ ਸਹੂਲਤਾਂ ਮਿਲ ਜਾਣ। ਗੁਰੂ ਨੂੰ ਕੌਣ ਮੰਗਦਾ ਏ? ਮੰਗਦਾ ਕੋਈ ਗੁਰੂ ਨੂੰ? ਗੁਰੂ ਨੂੰ ਕੋਈ ਨਹੀਂ ਮੰਗਦਾ। ਸਭਨਾਂ ਦੇ ਘਰਾਂ ਦੇ ਵਿੱਚ ਬੱਚੇ ਨੇ, ਪਰਿਵਾਰ ਹੈ, ਪਰ ਕਿਸੇ ਨੇ ਵੀ ਆ ਕੇ ਕਦੇ ਗੁਰੂ ਦੇ ਦਰ ਤੋਂ ਮੰਗਿਆ ਵੀ ਪਾਤਸ਼ਾਹ ਮੇਰੇ ਘਰ ਦੇ ਵਿੱਚ ਵੀ ਬੱਚੇ ਨੇ,
हे सतगुरु दाता तू किरपा कीती रहमत कीती है बच्चे बख्शे ने पर मैं मां अरदास करे ना कि मैं चाहुंदी हाँ पातशाह ये तेरे फतेह सिंह ते जोरावर सिंह बन जाण। कदे होई है अरदास? सच्चे पातशाह मेरे घर दे विच धी बख्शी है, मैं चाहुंदी हाँ ये धी वो मां गुजरी वाले गुणां नूं अपने अंदर धारण करे जिहड़ा जिंदगी दे विच सारा कुछ गवा के भी शुकराना कर सके। पातशाह मेरे घर दे विच बच्ची है, बच्ची मैं चाहुंदी हाँ माई भाग कौर बने, बुराइयां दे खिलाफ हत्थ दे विच खंडा फड़ के खड़कावे। कदे भी नहीं अरदास साडी होई। इहदा मतलब घाट है, जुड़े नहीं असी जुड़ना है तो जुड़िया जाएगा सिर्फ बाणी दे नाल। सतगुरु फेर ही साडे उत्ते किरपा करनगे। इस करके असी खप के नहीं मरना, असी जुड़ के परमात्मा दे नाल जीवन जिउ के चलना है। फिर ही साडे जीवन दे विच खुशहाली आवेगी, फिर ही साडे जीवन दे विच प्यार वसेगा। हर कीरत कलयुग पद उत्तम, हर पाइए सतगुर माझा। हौं बलिहारी सतगुर अपने जिन गुप्त नाम प्रगाजा। मैं बलिहार जांदा हूँ सतगुरु ते जिन्हें मैनू अपनियां वडियाइयां बख्श दित्तियां ने, जिन्हें मैनू गुण बख्श दिते ने, मेरे अंदर गुप्त रूप दे विच नाम प्रगट कर दिता है। मैनू पता ही नहीं लग्या कदों मेरे अंदर गुण पैदा हो गए। दर्शन साध मिलियो वडभागी, सब किलवख गए गवाजा। मैं वडभागा हाँ, मैनू उस गुरु की संगत का दर्शन होया जिस संगत के दर्शन दे विचों मैनू तू दिस पिया है दाता। मेरे किलवख दूर भज गए ने, हुण बुराइयां दूर हो गई ने। सतगुर शाह पाया वड दाना, हर कीए बहुगुण साझा। वड्डा दान जिहड़ा सतगुरु ने मेरी झोली विच पा दिता, हरि परमात्मा दे गुण। जिन कौ कृपा करी जग जीवन, हर उर धारियो मन माझा। जिन्हां उत्ते उस अकाल पुरख परमात्मा जग जीवन बख्शण वाले ने किरपा कर दिती है ते मन दे विच हुण परमात्मा दा नाम टिका दिता ते मन आनंद चित हो गया है। धर्म राए दर कागद फारे, जन नानक लेखा समझा। फिर उस मालक परमात्मा जी ने किरपा कर दिती, रहमत कर दिती, साडे जिहड़े माड़े कर्मां दे लेखे सी वो पाड़ दिते। जन नानक लेखा समझा, जिउंदे जी असी माड़े कर्मां दे अपने कागज गुरु तो पड़वाने ने। ते वो तां होवेगा जदों असी इस सच्चे ज्ञान दे नाल जुड़ जावांगे, मिल जावांगे। फिर ही सतगुरु किरपा करनगे। यह लोक सुखीए परलोक सुहेले, नानक हर प्रभ आपे मेले। देहो सजन असीसणियां, ज्यों होवै साहिब स्यो मेल। भुल्लां ना चतारनियां, बेअंत भुल्लां रह जाणियां सुभाविक ने। मेरियां भुल्लां जाण के मेरी झोली विच पा देणियां। गुरु चरनां विच अरदास करनी, पातशाह कहनी ते करनी दे विच परपक्कता आ जावे। फिर ये लोक ते परलोक सुहेला है। फतेह प्रवानो जी। वाहिगुरू जी का खालसा, वाहिगुरू जी की फतेह।